ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਹਾਡੀ ਸਾਂਝ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਕਿੰਨੀ ਕੁ ਪੁਰਾਣੀ ਹੈ? ਦੇਖੋ, ਜਥੇਬੰਦੀ ਤੌਰ ਤੇ ਸ਼ੁਰੂ ਤੋਂ ਹੀ ਤਕਰੀਬਨ ਜਦੋਂ ਤੋਂ ਇਹ ਮੂਵਮੈਂਟ ਚੱਲੀ ਹੈ ਉਸ ਟਾਈਮ ਜਥੇਬੰਦਕ ਤੌਰ ਤੇ ਅਸੀਂ ਵੀ ਇਸ ਮੂਵਮੈਂਟ ਨਾਲ ਪੂਰੇ ਜੁੜੇ ਹੋਏ ਸੀ। ਪਰ 2004 ਚ ਜਦੋਂ ਇਹ ਬਾਹਰ ਆਏ ਆ ਸੁਰਗ ਪੱਟ ਕੇ, ਉਦੋਂ ਫਿਰ ਦਾਸ ਨਾਲ ਇਹਨਾਂ ਦਾ ਮਿਲਾਪ ਹੋਇਆ। ਜਥੇਬੰਦੀ ਕਿਹੜੀ ਜਿਹਦੀ ਜਗਤਾਰ ਸਿੰਘ ਹਵਾਰਾ ਜੀ ਜਥੇਬੰਦੀ ਦੇ ਵਿੱਚ ਕੰਮ ਕਰਦੇ? ਦੇਖੋ, ਜਥੇਬੰਦੀ ਉਹ ਸ਼ੁਰੂ ਤੋਂ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਹੈ ਜਿਹੜੀ, ਜਿਹਦੇ ਉਸ ਟਾਈਮ ਮੁਖੀ ਸੀ ਭਾਈ ਸੁਖਦੇਵ ਸਿੰਘ ਬੱਬਰ, ਉਸ ਜਥੇਬੰਦੀ ਨਾਲ ਜੁੜੇ ਹੋਏ ਸੀ। ਕਿ ਧਰਮ ਯੁੱਧ ਮੋਰਚਾ ਲੱਗਦਾ, ਉਸ ਤੋਂ ਬਾਅਦ ਹਮਲਾ ਹੁੰਦਾ ਤਾਂ ਨੌਜਵਾਨ ਹਥਿਆਰਬੰਦ ਸੰਘਰਸ਼ ਲੜਦੇ ਨੇ, ਤਾਂ ਤੁਸੀਂ ਹਮਲਾ ਹੋਣ ਤੋਂ ਅਕਾਲ ਤਖਤ ਸਾਹਿਬ ਦੇ ਹਮਲੇ ਦੇ ਰੋਸ ਵਜੋਂ ਇਸ ਜਿਹੜਾ ਇਹ ਰਾਹ ਇਖਤਿਆਰ? ਦੇਖੋ, ਸਾਡੇ ਨਾਲ ਇਸ ਦੇਸ਼ 'ਚ ਇੰਨਾ ਧੱਕਾ ਹੋ ਰਿਹਾ, ਸਾਡੇ ਗੁਰੂ ਧਾਮਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਉਹਦਾ ਬਦਲਾ ਲੈਣ ਵਾਸਤੇ ਹੀ ਨੌਜਵਾਨ ਇਸ ਪਾਸੇ ਆਏ। ਨਾਮ ਤੁਸੀਂ ਉਹਨਾਂ ਦਾ ਕਦੋਂ ਤੋਂ ਸੁਣਿਆ ਸੀ ਕਿ ਇਹ ਨੌਜਵਾਨ ਆ ਕਾਫੀ ਐਕਟਿਵ ਹੈ ਮੂਵਮੈਂਟ ਦੇ ਵਿੱਚ? ਨਹੀਂ, ਮੇਨ ਉਸ ਤੋਂ ਬਾਅਦ ਹੀ, ਉਹ ਬੇਅੰਤ ਕਾਂਡ ਤੋਂ ਬਾਅਦ ਹੀ ਉਹਨਾਂ ਦਾ ਨਾਂ ਜਿਹੜਾ ਹਰ ਇੱਕ ਦੇ ਉਸ ਤੇ ਆਇਆ। ਮੈਨੂੰ ਵੀ ਉਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ, ਉਸ ਤੋਂ ਪਹਿਲਾਂ ਕੋਈ ਐਡੀ ਜ਼ਿਆਦਾ ਕੋਈ ਜਾਣਕਾਰੀ ਨਹੀਂ ਸੀ। ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜਾਂ ਫੋਨ, ਉਸ ਵੇਲੇ ਉਹ ਚੀਜ਼ਾਂ ਇੰਨੇ ਵੱਡੇ ਪੱਧਰ ਤੇ ਨਹੀਂ ਸੀਗੀਆਂ। ਉਸ ਵੇਲੇ ਸੁਨੇਹੇ ਕਿਵੇਂ ਲਗਾਏ ਜਾਂਦੇ ਸੀ? ਸੁਨੇਹੇ ਤਾਂ ਚਲੋ ਉਸ ਟਾਈਮ ਥੋੜਾ ਜਿਹਾ ਫੋਨ ਚੱਲਦਾ ਸੀ, ਆ ਗਿਆ ਸੀ, ਕਿਉਂ 1995 ਚ ਚੱਲ ਗਿਆ ਸੀ। ਇਹੀ ਚਲੋ ਕਈ ਉਸ ਟਾਈਮ ਕੋਡ ਵਰਡ ਸੀ, ਸੁਨੇਹਾ ਲਾ ਦੇਣਾ ਵੀ ਤੁਹਾਨੂੰ ਕਿਸੇ ਨੇ ਉੱਥੇ ਪਲਾਟ ਦਾ ਸੌਦਾ ਕਰਨਾ, ਜਾਂ ਤਰ੍ਹਾਂ ਤਰ੍ਹਾਂ ਦੇ ਕਈ ਬਹੁਤ ਉਹ ਸੀ। ਇਹੀ ਸੁਨੇਹਾ ਲੱਗਿਆ ਵੀ ਮੁਲਾਕਾਤ ਕਿੱਥੇ ਹੁੰਦੀ? ਮੁਲਾਕਾਤ ਮੇਰੀ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਸਾਹਨੇਵਾਲ ਦੇ ਨੇੜੇ ਇੱਕ ਜ਼ਿਮੀਂਦਾਰਾ ਹੋਟਲ ਹੈ, ਉੱਥੇ ਸਾਡੀ ਪਹਿਲੀ ਮੁਲਾਕਾਤ ਹੋਈ। ਜ਼ਰੂਰ ਪੁੱਛਿਆ ਹੋਊਗਾ ਤੁਸੀਂ ਨੇ ਕਿ ਕਾਰਨ ਕੀ ਹੈ ਕਿ ਜੇਲ੍ਹ ਦੇ ਵਿੱਚੋਂ ਜਿਹੜੀ ਸੁਰੰਗ ਪੱਟ ਕੇ ਨਿਕਲੇ ਹੋ? ਦੇਖੋ, ਮਕਸਦ ਦਾ ਇਹ ਸੀ ਵੀ ਸਾਨੂੰ ਸਿੱਖਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਹੈ। ਉਹ ਉਹਨਾਂ ਦੀ ਉਹ ਸੀ, ਵੱਡੀ ਪ੍ਰਾਪਤੀ ਸੀ, ਵੱਡਾ ਉਹਦੇ ਨਾਂ ਐਡਾ ਬੜਾ ਕਾਂਡ ਕਰਨਾ ਕੋਈ ਛੋਟੀ ਗੱਲ ਨਹੀਂ। ਜਿਸ ਤਰ੍ਹਾਂ ਪੁਰਾਤਨ ਸਿੱਖ ਕਰਦੇ ਆਏ, ਉਹੀ ਉਹਨਾਂ ਨੇ ਉਹ ਕਾਂਡ ਕਰਕੇ ਜਿਹੜਾ ਸੁਰੰਗ ਪੱਟ ਕੇ ਬਾਹਰ ਨਿਕਲੇ ਆ, ਉਸ ਇਤਿਹਾਸ ਨੂੰ ਉਹਨਾਂ ਨੇ ਨਵਾਂ ਕੀਤਾ। ਇਹ ਵੀ ਵੱਡੀ ਪ੍ਰਾਪਤੀ ਸੀ। ਕਿਸ ਤਰ੍ਹਾਂ ਇਹ ਗੁਲਾਮੀ ਨੂੰ ਅਸੀਂ ਦੂਰ ਕਰਨਾ, ਉਹ ਸਾਰੀਆਂ ਉਹਨਾਂ ਦੀ ਜਿਹੜੀ ਗੱਲਾਂ ਬਾਤਾਂ ਸੀ ਨਾ, ਉਹ ਕੌਮ ਦੇ ਪ੍ਰਥਾਈ ਸੀ। ਬਿਲਕੁਲ ਉਦੋਂ ਮੈਨੂੰ ਉਹ ਜਹੇਦਾਰ ਜੀ ਕਰਕੇ ਹੀ ਸੰਬੋਧਨ ਕਰਦੇ ਸੀ, ਜਦੋਂ ਵੀ ਗੱਲ ਕਰਨੀ ਜਹੇਦਾਰ ਕਰਕੇ। ਇਹ ਤਾਂ ਸਿਰਫ ਜਦੋਂ ਉਹਨਾਂ ਨੂੰ 2005 ਦਿੱਲੀ ਪੁਲਿਸ ਅਰੈਸਟ ਕਰਕੇ ਉੱਥੇ ਲੈ ਗਈ, ਉਸ ਤੋਂ ਤੀਜੇ ਦਿਨ ਬਾਅਦ ਮੈਨੂੰ ਵੀ ਅਰੈਸਟ ਕਰ ਲਿਆ। ਇਹ ਜਿਹੜਾ ਸੰਬੰਧ ਹੈ ਉਹ ਫਿਰ ਦਿੱਲੀ ਜਾ ਕੇ ਬਣਿਆ। ਜਿਹੜੇ ਨੌਜਵਾਨ ਇਸ ਮੂਵਮੈਂਟ ਦੇ ਵਿੱਚ ਗਏ, ਹਥਿਆਰ ਚੱਕ ਲਏ, ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਤੋਂ ਫੰਡਿੰਗ ਸੀ, ਪਲਾਨ ਸੀ, ਸਾਰਾ ਕੁਝ? ਕੋਈ ਫੰਡਿੰਗ ਨਹੀਂ ਹੋਈ, ਕੋਈ ਪੈਸੇ ਦਾ ਨਿਸ਼ਾਨਾ ਨਹੀਂ ਸੀ ਉਹਨਾਂ ਦਾ। ਦੇਖੋ, ਆਪਣੀਆਂ ਜਾਨਾਂ ਲਾਈਆਂ, ਪਰਿਵਾਰ ਬਰਬਾਦ ਹੋ ਗਏ ਇਹਦੇ ਪਿੱਛੇ। ਜਿਹੜਾ ਇਹ ਇਸ ਤਰ੍ਹਾਂ ਦੀ ਕੋਈ ਬਿਲਕੁਲ ਗੱਲ ਨਹੀਂ ਸੀ ਕਿ ਇੱਕ ਨਿਸ਼ਾਨਾ ਸੀ ਵੀ ਜਿਹੜੀ ਸਾਡੀ ਕੌਮ ਹੈ ਨਾ, ਉਹ ਗੁਲਾਮ ਹੈ, ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ ਸਰਕਾਰ। ਉਹਨੂੰ ਆਜ਼ਾਦ ਕਰਾਉਣ ਵਾਸਤੇ ਹੀ ਉਹ ਸੰਘਰਸ਼ 'ਚ ਆਏ ਆ, ਨਾ ਕਿ ਕੋਈ ਕਿਸੇ ਤਰ੍ਹਾਂ ਦੀ ਪੈਸੇ ਦੀ ਪ੍ਰਾਪਤੀ ਵਾਸਤੇ ਜਾਂ ਕਿਸੇ ਹੋਰ ਵਾਸਤੇ ਆਏ। ਜੋ ਚੱਲ ਰਿਹਾ ਸਮਾਜ ਦੇ ਵਿੱਚ, ਜੋ ਰਾਜਨੀਤੀ ਖੇਡੀ ਜਾ ਰਹੀ ਹੈ, ਉਹ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਉਹਨਾਂ ਕੋਲ ਜਾਣਕਾਰੀ ਉਹ ਪਹੁੰਚ ਰਹੀ ਹੈ ਸਰ? ਦੇਖੋ, ਜਾਣਕਾਰੀ ਅਖਬਾਰ ਰਾਹੀਂ ਉਹਨਾਂ ਨੂੰ ਸਾਰੀ ਪਹੁੰਚਦੀ ਹੈ, ਪੂਰੀ ਜਾਣਕਾਰੀ ਹੈ, ਪੂਰੇ ਫਿਕਰਮੰਦ ਹੈ ਵੀ ਅੱਜ ਕੌਮ ਦਾ ਕੀ ਹਾਲ ਹੋ ਰਿਹਾ। ਬਾਕੀ ਜੇ ਉਹ ਆ ਜਾਣ, ਮੈਂ ਕਹਿੰਦਾ ਇਹ ਸਾਰੇ ਕੌਮ ਦੇ ਜਿਹੜੇ ਮਸਲੇ ਹੈ ਦਿਨਾਂ 'ਚ ਹੀ ਹੱਲ ਹੋ ਸਕਦੇ। ਉਹਨਾਂ ਦੇ ਜਨਮ ਦੇਣ ਵਾਲੇ ਪਿਤਾ ਨੇ ਜਿਹੜੇ ਹਨਾ, ਉਹਨਾਂ ਦੀ ਜਿਹੜੀ ਡੈਥ ਕਾਫੀ ਸਮੇਂ ਪਹਿਲਾਂ ਹੋ ਚੁੱਕੀ ਸੀ, ਤਾਂ ਉਹ ਕੀ ਘਟਨਾ ਬਣੀ, ਕੀ ਸਬੰਧ ਬਣਿਆ ਕਿ ਤੁਹਾਨੂੰ ਉਹਨਾਂ ਨੇ ਆਪਣਾ ਪਿਤਾ ਮੰਨਿਆ ਜਾਂ ਫਿਰ ਤੁਸੀਂ ਉਹਨਾਂ ਨੂੰ ਆਪਣਾ ਪੁੱਤਰ ਮੰਨਿਆ? ਦੇਖੋ, ਚਲੋ ਜਦੋਂ ਅਸੀਂ ਦਿੱਲੀ 'ਚ ਉਹਨਾਂ ਦੇ ਸਾਹਮਣੇ ਕਰਾਇਆ ਗਿਆ, ਉੱਥੇ 2-3 ਮਿੰਟ ਸਾਨੂੰ ਇੱਕ ਪਾਸੇ ਸਾਈਡ ਤੇ ਬਿਠਾਇਆ ਗਿਆ, ਉੱਥੇ ਗੱਲਬਾਤ ਹੋਈ ਹੈ। ਫਿਰ ਉੱਥੇ ਉਹਨਾਂ ਨੇ ਮੇਰੇ ਨਾਲ ਬਚਨ ਕਰੇ ਬਈ ਪਹਿਲਾ ਤਾਂ ਮੇਰਾ ਪਿਤਾ ਅਕਾਲ ਪੁਰਖ ਹੈ ਜਿਨ੍ਹਾਂ ਨੇ ਮੈਨੂੰ ਇਸ ਦੁਨੀਆ ਤੇ ਭੇਜਿਆ। ਦੂਜੇ ਮੇਰੇ ਜਿਹੜਾ ਪਿਤਾ ਜੀ ਸੀ ਉਹ ਵੀ ਚੜ੍ਹਾਈ ਕਰ ਗਏ ਵੀ ਤੁਸੀਂ ਦੱਸੋ ਇਹ ਡਿਊਟੀ ਨਿਭਾ ਸਕਦੇ ਪਿਤਾ ਵਾਲੀ ਕਿ ਨਹੀਂ। ਮੈਂ ਤਾਂ ਉਹ ਜਿਹੜਾ ਬਚਨ ਹੈ ਉਸ ਦਿਨ ਦਾ ਉਹ ਨਿਭਾ ਰਿਹਾ। ਜਿਹੜਾ ਇਹ ਸ਼ਬਦ ਹੈ ਬਾਪੂ ਜੀ ਵਾਲਾ, ਉਹਨਾਂ ਨੇ ਮੇਰੀ ਝੋਲੀ 'ਚ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ KTV UK। ਮੈਂ ਅਮਨਦੀਪ ਸਿੰਘ।
ਸਰਬੱਤ ਖਾਲਸੇ ਨੇ ਜਦੋਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਬਣਾਇਆ ਤਾਂ ਉਸ ਦਿਨ ਜਕਾਰਿਆਂ ਦੀ ਗੂੰਜ ਨਹੀਂ ਥੰਮੀ। ਤਾਂ ਬਹੁਤ ਲੰਬਾ ਸਮਾਂ ਜਕਾਰੇ ਲੱਗਦੇ ਰਹੇ। ਇੰਜ ਲੱਗਿਆ ਕਿ ਸ਼ਾਇਦ ਕੌਮ ਨੇ ਬਹੁਤ ਵੱਡੀ ਕੋਈ ਪ੍ਰਾਪਤੀ ਕਰ ਲਈ ਹੈ। ਜਗਤਾਰ ਸਿੰਘ ਹਵਾਰਾ ਨੇ ਕਿਵੇਂ ਇਹ ਜਿਹੜਾ ਜੀਵਨ ਹੈ ਕਿਵੇਂ ਇਸ ਪਾਸੇ ਆਏ, ਕਿਵੇਂ ਸਿੱਖ ਮੂਵਮੈਂਟ ਜੋ ਚੱਲੀ ਉਸ ਦੇ ਨਾਲ ਜੁੜੇ ਅਤੇ ਕਿਵੇਂ ਜਥੇਦਾਰ ਦੇ ਅਹੁਦੇ ਤੱਕ ਉਹ ਪਹੁੰਚਦੇ ਨੇ, ਉਹ ਸਾਰਾ ਜੀਵਨ ਜੋ ਉਹਨਾਂ ਨੇ ਆਪਣੇ ਪਿੰਡੇ ਉੱਤੇ ਹੰਢਾਇਆ, ਜੋ ਉਹਨਾਂ ਦੇ ਨਾਲ ਹੋਇਆ, ਕਿਵੇਂ ਇਸ ਮੂਵਮੈਂਟ ਦੇ ਨਾਲ ਜੁੜਦੇ ਨੇ, ਉਹਨਾਂ ਸਾਰਿਆਂ ਦੇ ਨਾਲ ਉਹ ਸਾਰਿਆਂ ਦੇ ਬਾਰੇ ਖਾਸ ਮੁਲਾਕਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਧਰਮ ਦੇ ਪਿਤਾ ਬਾਬਾ ਗੁਰਚਰਨ ਸਿੰਘ ਜੀ ਦੇ ਨਾਲ। ਬਾਬਾ ਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ। ਤਾਂ ਉਹ ਗੱਲਾਂ ਬਾਤਾਂ ਕਰਾਂਗੇ ਕਿ ਕਿਵੇਂ ਧਰਮ ਦੇ ਪਿਤਾ ਬਣੇ, ਕਿਵੇਂ ਉਹਨਾਂ ਦੇ ਨਾਲ ਜੁੜੇ ਅਤੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਬਣਾਇਆ ਗਿਆ ਤਾਂ ਉਸ ਵੇਲੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਖੁਸ਼ੀ ਸੀ ਉਹ ਕਿਵੇਂ ਦੀ ਸੀ। ਸਾਰੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਆ। ਬਾਪੂ ਜੀ ਫਤਿਹ ਸਾਂਝੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ KTV ਚੈਨਲ ਦਾ ਜੀ, ਜਿਹੜੇ ਜਥੇਦਾਰ ਜੀ ਦੀ ਆਵਾਜ਼ ਸੰਗਤ ਤੱਕ ਪਹੁੰਚਦੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਾਪੂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਹਾਡੀ ਸਾਂਝ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਕਿੰਨੀ ਕੁ ਪੁਰਾਣੀ ਹੈ? ਦੇਖੋ, ਜਥੇਬੰਦੀ ਤੌਰ ਤੇ ਸ਼ੁਰੂ ਤੋਂ ਹੀ ਤਕਰੀਬਨ ਜਦੋਂ ਤੋਂ ਇਹ ਮੂਵਮੈਂਟ ਚੱਲੀ ਹੈ ਜਾਂ 1984 ਦਾ ਕਾਂਡ ਵਾਪਰਿਆ, ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਿਆ ਸਰਕਾਰ ਨੇ, ਉਸ ਟਾਈਮ ਸਿੱਖ ਕੌਮ ਦੇ ਜਿਹੜੇ ਹਿਰਦੇ ਸੀ ਬਹੁਤ ਬਲੁੰਦਰੇ ਗਏ। ਮੈਂ ਕਹਿਣਾ ਵੀ ਇੱਕ ਦਿਲ ਟੁੱਟ ਚੁੱਕੇ ਸੀ ਵੀ ਇਸ ਤਰ੍ਹਾਂ ਦੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਰਕਾਰ ਵੱਲੋਂ। ਉਸ ਤੋਂ ਬਾਅਦ ਉਹਦਾ ਬਦਲਾ ਲੈਣ ਵਾਸਤੇ ਸਿੱਖ ਨੌਜਵਾਨ ਜਿਹੜੇ ਇਸ ਸੰਘਰਸ਼ 'ਚ ਕੁੱਦੇ। ਉਸ ਟਾਈਮ ਜਥੇਬੰਦਕ ਤੌਰ ਤੇ ਅਸੀਂ ਵੀ ਇਸ ਮੂਵਮੈਂਟ ਨਾਲ ਪੂਰੇ ਜੁੜੇ ਹੋਏ ਸੀ। ਸਮੇਂ-ਸਮੇਂ ਤੇ ਜਿਸ ਤਰ੍ਹਾਂ ਦਾ ਵੀ ਹੋਇਆ, ਸਿੰਘਾਂ ਦੀ ਜ਼ਮਾਨਤਾਂ ਕਰਾਉਣੀਆਂ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਸਾਂਭਣਾ ਵੀ ਰੱਖਣਾ, ਉਹ ਯੋਗਦਾਨ ਪਾਉਂਦੇ ਰਹੇ। ਇਸ ਕਰਕੇ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਾਅਦ ਇਸ ਮੂਵਮੈਂਟ ਨਾਲ ਅਸੀਂ ਜੁੜੇ। ਤੁਸੀਂ ਇਸ ਮੂਵਮੈਂਟ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਹੋ, ਉਸ ਤੋਂ ਬਾਅਦ ਆ ਕੇ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਤੁਹਾਡੀ ਜਿਹੜੀ ਜਾਣ ਪਛਾਣ ਹੈ ਸਭ ਤੋਂ ਪਹਿਲਾਂ ਹੁੰਦੀ ਹੈ? ਦੇਖੋ, ਇਹਨਾਂ ਨਾਲ ਜਿਹੜੀ ਉਸ ਤਰ੍ਹਾਂ ਜਾਣ ਪਛਾਣ ਨੇੜਤਾ ਬਣੀ ਹੈ, ਜਿਹੜੀ ਜਥੇਬੰਦਕ ਤੌਰ ਤੇ ਪਹਿਲਾਂ ਤੋਂ ਹੀ ਇਹਨਾਂ ਨਾਲ ਅਸੀਂ ਇਸ ਜਥੇਬੰਦੀ ਨਾਲ ਜੁੜੇ ਹੋਏ ਸੀ। ਪਰ 2004 ਚ ਜਦੋਂ ਇਹ ਬਾਹਰ ਆਏ ਆ ਸੁਰੰਗ ਪੱਟ ਕੇ, ਉਦੋਂ ਫਿਰ ਦਾਸ ਨਾਲ ਇਹਨਾਂ ਦਾ ਮਿਲਾਪ ਹੋਇਆ। 2-3 ਦਿਨ ਤਾਂ ਸਾਨੂੰ ਕਨਫਿਊਜ਼ਨ ਰਿਹਾ ਵੀ ਕਿਤੇ ਸਰਕਾਰ ਦੀ ਸਾਜ਼ਿਸ਼ ਹੈ। ਉਹਨਾਂ ਨੂੰ ਬਈ ਜਿਸ ਤਰ੍ਹਾਂ ਆਮ ਉਸ ਟਾਈਮ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਕੀਤਾ ਜਾਂਦਾ ਸੀ, ਵੀ ਇਸ ਤਰ੍ਹਾਂ ਦਾ ਕੋਈ ਕਾਰਾ ਕੀਤਾ ਹੈ ਸਰਕਾਰ ਨੇ। ਪਰ 2-3 ਦਿਨਾਂ ਬਾਅਦ ਖਬਰ ਮਿਲੀ ਵੀ ਠੀਕ ਠਾਕ ਹੈ, ਚੜ੍ਹਦੀ ਕਲਾ 'ਚ ਹੈ। ਉਸ ਤੋਂ ਬਾਅਦ ਥੋੜੇ ਦਿਨ ਬਾਅਦ ਮਿਲਾਪ ਹੋਇਆ। ਜਥੇਬੰਦੀ ਕਿਹੜੀ ਜਿਹੜੀ ਜਗਤਾਰ ਸਿੰਘ ਹਵਾਰਾ ਜੀ ਜਥੇਬੰਦੀ ਦੇ ਵਿੱਚ ਕੰਮ ਕਰਦੇ? ਦੇਖੋ, ਜਥੇਬੰਦੀ ਉਹ ਸ਼ੁਰੂ ਤੋਂ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਹੈ, ਜਿਹੜੀ ਜਿਹਦੇ ਉਸ ਟਾਈਮ ਮੁਖੀ ਸੀ ਭਾਈ ਸੁਖਦੇਵ ਸਿੰਘ ਬੱਬਰ, ਉਸ ਜਥੇਬੰਦੀ ਨਾਲ ਜੁੜੇ ਹੋਏ ਸੀ। ਉਸ ਦੇ ਅਹੁਦੇਦਾਰ ਵੀ ਰਹੇ ਹੋ, ਉਸੇ ਜਥੇਬੰਦੀ 'ਚ ਕੰਮ ਕਰਦੇ ਰਹੇ। ਤੁਸੀਂ ਇਸ ਜਥੇਬੰਦੀ ਦੇ ਨਾਲ ਜੁੜੇ, ਜਦੋਂ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਹਕੂਮਤ ਦੇ ਵੱਲੋਂ ਫੌਜੀ ਹਮਲਾ ਕੀਤਾ ਜਾਂਦਾ ਹੈ, ਉਸ ਦੇ ਰੋਸ ਵਜੋਂ ਜਿਵੇਂ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਇਸ ਰਾਹ ਨੂੰ ਇਖਤਿਆਰ ਕੀਤਾ ਕਿ ਇਸ ਰਾਹ ਤੇ ਚੱਲਿਆ ਜਾਵੇਗਾ ਹੁਣ, ਕਿ ਧਰਮ ਯੁੱਧ ਮੋਰਚਾ ਲੱਗਦਾ, ਉਸ ਤੋਂ ਬਾਅਦ ਹਮਲਾ ਹੁੰਦਾ ਤਾਂ ਨੌਜਵਾਨ ਹਥਿਆਰਬੰਦ ਸੰਘਰਸ਼ ਲੜਦੇ ਨੇ। ਤਾਂ ਤੁਸੀਂ ਹਮਲਾ ਹੋਣ ਤੋਂ ਅਕਾਲ ਤਖਤ ਸਾਹਿਬ ਦੇ ਹਮਲੇ ਦੇ ਰੋਸ ਵਜੋਂ ਇਸ ਜਿਹੜਾ ਇਹ ਰਾਹ ਇਖਤਿਆਰ ਕੀਤਾ? ਬਿਲਕੁਲ ਜੀ, ਹਾਂ। ਇਹ ਉਸ ਤੋਂ ਬਾਅਦ ਜਿਹੜਾ ਸਾਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਕੇ ਸਰਕਾਰ ਨੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ। ਕਿਉਂ ਉਸ ਟਾਈਮ ਫੌਜ 'ਚ ਵੀ ਬਗਾਵਤ ਹੋਈ ਹੈ, ਹੋਰ ਕਈ ਉਹਨਾਂ 'ਚ ਬਗਾਵਤਾਂ ਹੋਈਆਂ, ਨੌਜਵਾਨ ਵੀ ਇਸ ਪਾਸੇ ਆਏ ਹੈ। ਕਿਉਂ ਸਾਡੇ ਜਿਹੜੇ ਇੰਨਾ ਉਹ ਹੋ ਚੁੱਕਿਆ ਸੀ ਵੀ ਇਸ ਨੌਜਵਾਨ ਇਹ ਮਹਿਸੂਸ ਕਰ ਰਿਹਾ ਸੀ ਵੀ ਇਸ ਜੂਨ ਨਾਲੋਂ ਮਰ ਜਾਣਾ ਚੰਗਾ। ਦੇਖੋ, ਸਾਡੇ ਨਾਲ ਇਸ ਦੇਸ਼ 'ਚ ਇੰਨਾ ਧੱਕਾ ਹੋ ਰਿਹਾ, ਸਾਡੇ ਗੁਰੂ ਧਾਮਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਹਦਾ ਬਦਲਾ ਲੈਣ ਵਾਸਤੇ ਹੀ ਨੌਜਵਾਨ ਇਸ ਪਾਸੇ ਆਏ। ਤੁਹਾਡੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨਾਲ ਜਦੋਂ ਜਥੇਦਾਰ ਦਾ
ਖਿਤਾਬ ਉਹਨਾਂ ਨੂੰ ਨਹੀਂ ਸੀ ਨਵਾਜਿਆ ਸਰਬੱਤ ਖਾਲਸੇ ਨੇ, ਜਦੋਂ ਜਗਤਾਰ ਸਿੰਘ ਹਵਾਰਾ ਸਨ, ਤਾਂ ਉਸ ਵੇਲੇ ਤੁਸੀਂ ਉਹਨਾਂ ਨੂੰ ਕਦੋਂ ਕੁ ਤੋਂ ਜਾਣਦੇ ਸੀ, ਜਾਂ ਨਾਂ ਤੁਸੀਂ ਉਹਨਾਂ ਦਾ ਕਦੋਂ ਕੁ ਤੋਂ ਸੁਣਿਆ ਸੀ ਕਿ ਇਹ ਨੌਜਵਾਨ ਆ, ਕਾਫੀ ਐਕਟਿਵ ਹੈ ਮੂਵਮੈਂਟ ਦੇ ਵਿੱਚ? ਦੇਖੋ, ਇਹ ਤਾਂ ਉਹਨਾਂ ਦਾ ਨਾਂ ਤਾਂ ਉਸ ਟਾਈਮ ਹੀ ਆ ਗਿਆ ਸੀ ਜਦੋਂ 1995 ਬੇਅੰਤ ਨੂੰ ਗੱਡੀ ਚੜਾਇਆ, ਇਹ ਕਾਰਜ ਕਰਿਆ, ਕਿਉਂ ਸਾਰਾ ਉਹਨਾਂ ਦੀ ਰਹਿਨਮਾਈ 'ਚ ਇਹ ਸਾਰਾ ਹੋਇਆ। ਜਿਹੜੇ ਮਾਸਟਰ ਮਾਈਂਡ ਵੀ ਉਹਨਾਂ ਨੂੰ ਇਹ ਸਰਕਾਰ ਨੇ ਮੰਨਿਆ, ਸਾਰੇ ਉਹਨਾਂ ਨੇ ਪਲਾਨਿੰਗ ਤਿਆਰ ਕਰੀ ਹੈ। ਸਾਰਿਆਂ ਨੂੰ ਤਿਆਰ ਕਰਕੇ ਭਾਈ ਦਿਲਾਵਰ ਸਿੰਘ ਬੱਬਰ ਦੀ ਵੀ ਉਹਨਾਂ ਨੇ ਡਿਊਟੀ ਲਾਈ ਹੈ। ਇਸ ਕਰਕੇ ਉਸ ਤੋਂ ਬਾਅਦ ਆਪਣੇ ਨਾਂ ਤਾਂ ਉਹਨਾਂ ਦਾ ਉਸ ਹਰ ਇੱਕ ਦੇ ਮਨ 'ਚ ਸੀ ਵੀ ਐਡਾ ਬੜਾ ਜਿਹੜਾ ਕੰਮ ਕਰਿਆ, ਝੂਠੇ ਪੁਲਿਸ ਮੁਕਾਬਲੇ ਜਿਹੜੇ ਹੋ ਰਹੇ ਸੀ ਉਹਨਾਂ ਨੂੰ ਠੱਲ ਪਈ ਹੈ। ਨਾ ਤਾਂ ਉਹਨਾਂ ਦਾ ਉਸੇ ਦਿਨ ਦਾ। ਤੁਸੀਂ ਉਸ ਤੋਂ ਪਹਿਲਾਂ ਜਾਣਦੇ ਸੀ ਜਾਂ ਉਸ ਤੋਂ ਬਾਅਦ ਤੁਸੀਂ ਨਾਂ ਸੁਣਿਆ ਕਿ ਇਹ ਨੌਜਵਾਨ ਹੈ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ, ਤਾਂ ਇਸ ਨੌਜਵਾਨ ਦੀ ਜਿਹੜੀ ਮਾਸਟਰ ਪਲੈਨਿੰਗ ਹੈ? ਨਹੀਂ, ਮੇਨ ਉਸ ਤੋਂ ਬਾਅਦ ਹੀ, ਉਹ ਬੇਅੰਤ ਕਾਂਡ ਤੋਂ ਬਾਅਦ ਹੀ ਉਹਨਾਂ ਦਾ ਨਾਂ ਜਿਹੜਾ ਹਰ ਇੱਕ ਦੇ ਉਸ ਤੇ ਆਇਆ। ਮੈਨੂੰ ਵੀ ਉਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ, ਉਸ ਤੋਂ ਪਹਿਲਾਂ ਕੋਈ ਐਡੀ ਜ਼ਿਆਦਾ ਕੋਈ ਜਾਣਕਾਰੀ ਨਹੀਂ ਸੀ। ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ? ਨਾਂ ਸੁਣਿਆ, ਜਾਣ ਪਛਾਣ ਹੋ ਚੁੱਕੀ ਹੈ, ਉਸੇ ਜਥੇਬੰਦੀ 'ਚ ਤੁਸੀਂ ਕੰਮ ਕਰਦੇ ਰਹੇ ਹੋ, ਤੇ ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ? ਪਹਿਲੀ ਤਾਂ ਜਦੋਂ 2004 'ਚ ਜੇਲ੍ਹ ਚੋਂ ਸੁਰੰਗ ਪੱਟ ਕੇ ਬਾਹਰ ਆਏ ਆ, ਉਸ ਤੋਂ ਥੋੜੇ ਦਿਨ ਬਾਅਦ ਇਹ ਮੇਰੀ ਮੁਲਾਕਾਤ ਹੋਈ। ਉਹਨਾਂ ਨਾਲ ਮੈਨੂੰ ਸੁਨੇਹਾ ਲੱਗਿਆ ਕਿ ਮਿਲਣਾ ਤੁਹਾਨੂੰ ਕਿਸੇ ਨੇ, ਪਰ ਜਦੋਂ ਮੈਂ ਸਾਹਮਣੇ ਜਾ ਕੇ ਦੇਖਿਆ ਇਹ ਸੀ, ਮੁਲਾਕਾਤ ਹੋਈ, ਗੱਲਬਾਤ ਹੋਈ। ਉਸ ਤੋਂ ਬਾਅਦ ਸੁਨੇਹਾ ਕਿਸ ਨੇ ਲਗਾਇਆ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮਿਲੋ? ਚਲੋ, ਇਸ ਤਰ੍ਹਾਂ ਦੀ ਬਹੁਤ ਕਈ ਗੱਲਾਂ ਉਹ ਓਪਨਲੀ ਆਪਾਂ ਨਹੀਂ ਕਰ ਸਕਦੇ। ਜਥੇਬੰਦੀਆਂ ਦੇ ਕੰਮ ਹੈ ਜਿਹੜੇ ਜਥੇਬੰਦੀਆਂ ਹੀ ਕਰਦੀਆਂ। ਸੁਨੇਹਾ ਲੱਗਿਆ ਮੈਨੂੰ, ਚਲੋ ਕਿਤੋਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ, ਮਿਲਣਾ ਤੁਸੀਂ। ਮੈਂ ਉੱਥੇ ਗਿਆ, ਮਿਲੇ, ਮੁਲਾਕਾਤ ਹੋਈ। ਉਸ ਵੇਲੇ ਸੁਨੇਹਾ ਦੇਣ ਦੇ ਢੰਗ ਤਰੀਕੇ ਕੀ ਸੀ? ਹੋ ਸਕਦਾ ਹੈ ਕਿ ਤੁਸੀਂ ਉਹ ਸਮਿਆਂ ਦੇ ਜਿਹੜੇ ਤੌਰ ਤਰੀਕੇ ਸੀ ਨਾ ਵੀ ਉਜਾਗਰ ਕਰਨੇ ਚਾਹੁੰਦੇ ਹੋਵੋ। ਜੇਕਰ ਤੁਸੀਂ ਦੱਸ ਸਕੋ ਕਿ ਉਸ ਵੇਲੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜਾਂ ਫੋਨ, ਉਸ ਵੇਲੇ ਉਹ ਚੀਜ਼ਾਂ ਇੰਨੇ ਵੱਡੇ ਪੱਧਰ ਤੇ ਨਹੀਂ ਸੀਗੀਆਂ। ਉਸ ਵੇਲੇ ਸੁਨੇਹੇ ਕਿਵੇਂ ਲਗਾਏ ਜਾਂਦੇ ਸੀ? ਸੁਨੇਹੇ ਤਾਂ ਚਲੋ ਉਸ ਟਾਈਮ ਥੋੜਾ ਜਿਹਾ ਫੋਨ ਚੱਲਦਾ ਸੀ, ਆ ਗਿਆ ਸੀ, ਕਿਉਂ 1995 'ਚ ਚੱਲ ਗਿਆ ਸੀ। ਇਹੀ ਚਲੋ ਕਈ ਹੁਣ ਉਸ ਟਾਈਮ ਕੋਡ ਵਰਡ ਸੀ, ਸੁਨੇਹਾ ਲਾ ਦੇਣਾ ਵੀ ਤੁਹਾਨੂੰ ਕਿਸੇ ਨੇ ਉੱਥੇ ਪਲਾਟ ਦਾ ਸੌਦਾ ਕਰਨਾ, ਜਾਂ ਤਰ੍ਹਾਂ ਤਰ੍ਹਾਂ ਦੇ ਕਈ ਬਹੁਤ ਉਹ ਸੀ। ਇਹੀ ਸੁਨੇਹਾ ਲੱਗਿਆ ਵੀ। ਮੁਲਾਕਾਤ ਕਿੱਥੇ ਹੁੰਦੀ ਹੈ? ਮੁਲਾਕਾਤ ਮੇਰੀ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਸਾਹਨੇਵਾਲ ਦੇ ਨੇੜੇ ਇੱਕ ਜ਼ਿਮੀਂਦਾਰਾ ਹੋਟਲ ਹੈ, ਉੱਥੇ ਸਾਡੀ ਪਹਿਲੀ ਮੁਲਾਕਾਤ ਹੋਈ। ਜਦੋਂ ਵੀ ਮੈਂ ਉੱਥੋਂ ਲੰਘਦਾ ਲੁਧਿਆਣੇ ਜਾਣ ਲੱਗਿਆ, ਉਹ ਸਮਾਂ, ਉਹ ਜਗ੍ਹਾ ਮੇਰੇ ਮਨ 'ਚ ਆਉਂਦੀ ਹੈ। ਮੈਂ ਮੇਰੇ ਨਾਲ ਦੇ ਸਿੰਘਾਂ ਨੂੰ ਵੀ ਦਿਖਾਉਣਾ ਵੀ ਇਹ ਜਗ੍ਹਾ ਜਿਹੜੀ ਸਾਡੀ ਪਹਿਲਾ ਮੁਲਾਕਾਤ ਇੱਥੇ ਹੋਈ। ਉੱਥੇ ਮਿਲਦੇ ਹੋ, ਕੀ ਗੱਲਬਾਤ ਹੁੰਦੀ ਹੈ ਉੱਥੇ? ਤਾਂ ਜ਼ਰੂਰ ਪੁੱਛਿਆ ਹੋਊਗਾ ਤੁਸੀਂ ਨੇ ਕਿ ਕਾਰਨ ਕੀ ਹੈ, ਕਿ ਜੇਲ੍ਹ ਦੇ ਵਿੱਚੋਂ ਜਿਹੜੀ ਸੁਰੰਗ ਪੱਟ ਕੇ ਨਿਕਲੇ ਹੋ, ਤਾਂ ਕਾਰਨ ਪੁੱਛਿਆ ਹੋਊਗਾ, ਤਾਂ ਜਾਂ ਉਸ ਜੇਲ੍ਹ ਬ੍ਰੇਕ ਦਾ ਮਕਸਦ ਕੀ ਸੀ? ਦੇਖੋ, ਮਕਸਦ ਦਾ ਇਹ ਸੀ ਵੀ ਸਾਨੂੰ ਸਿੱਖਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਹੈ। ਉਹ ਉਹਨਾਂ ਦੀ ਉਹ ਸੀ, ਵੱਡੀ ਪ੍ਰਾਪਤੀ ਸੀ, ਵੱਡਾ ਉਹਦੇ ਨਾਲ ਉਹਦਾ ਸਮਝੋ ਹੋਇਆ ਵੀ ਹਾਂ, ਐਡਾ ਬੜਾ ਕਾਂਡ ਕਰਨਾ ਕੋਈ ਛੋਟੀ ਗੱਲ ਨਹੀਂ। ਜਿਸ ਤਰ੍ਹਾਂ ਪੁਰਾਤਨ ਸਿੱਖ ਕਰਦੇ ਆਏ, ਉਹੀ ਉਹਨਾਂ ਨੇ ਉਹ ਕਾਂਡ ਕਰਕੇ ਜਿਹੜਾ ਸੁਰੰਗ ਪੱਟ ਕੇ ਬਾਹਰ ਨਿਕਲੇ ਹੈ, ਉਸ ਇਤਿਹਾਸ ਨੂੰ ਉਹਨਾਂ ਨੇ ਨਵਾਂ ਕੀਤਾ। ਇਹ ਵੀ ਵੱਡੀ ਪ੍ਰਾਪਤੀ ਸੀ। ਗੱਲ ਤਾਂ ਚਲੋ ਕੌਮ ਦੀ ਇਹ ਗੱਲ ਕਰਦੇ ਸੀ ਉਹ, ਜਦੋਂ ਵੀ ਮਿਲਦੇ ਸੀ ਵੀ। ਬਿਲਕੁਲ ਬਿਲਕੁਲ ਜੀ, ਉਹ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਰਿਹਾ ਵੀ ਜਦੋਂ ਵੀ ਗੱਲ ਕਰਨੀ ਕੌਮ ਦੀ ਚੜ੍ਹਦੀ ਕਲਾ ਲਈ ਕਰਨੀ, ਵੀ ਸਾਨੂੰ ਸਰਕਾਰ ਕਿਸ ਤਰ੍ਹਾਂ ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ, ਕਿਸ ਤਰ੍ਹਾਂ ਇਹ ਗੁਲਾਮੀ ਨੂੰ ਅਸੀਂ ਦੂਰ ਕਰਨਾ। ਉਹ ਸਾਰੀਆਂ ਉਹਨਾਂ ਦੀ ਜਿਹੜੀ ਗੱਲਾਂ ਬਾਤਾਂ ਸੀ ਨਾ, ਉਹ ਕੌਮ ਦੇ ਪ੍ਰਥਾਈ ਸੀ। ਉਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਜਾਰੀ ਰਿਹਾ, ਮਿਲਦੇ ਰਹੇ ਉਸ ਤੋਂ ਬਾਅਦ? ਨਹੀਂ, ਹਾਂ, ਉਹ 1.5 ਸਾਲ ਚਲੋ ਸਮੇਂ ਤੇ ਮਿਲਦੇ ਰਹੇ, ਆਪਣੇ ਕਰਦੇ ਰਹੇ। ਪਰ 2005 ਤੱਕ, ਜਦੋਂ ਤੱਕ ਉਹ ਬਾਹਰ ਰਹੇ, ਉਦੋਂ ਤੱਕ ਮੁਲਾਕਾਤਾਂ ਸਾਡੀ ਜਾਰੀ ਰਹੀਆਂ। ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਦਿੱਲੀ ਪੁਲਿਸ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਉੱਥੋਂ ਗ੍ਰਿਫਤਾਰ ਕਰ ਲਿਆ ਜਾਂਦੀ ਹੈ, ਤਾਂ ਉਸ ਵੇਲੇ ਤੁਹਾਨੂੰ ਸੁਨੇਹਾ ਕਿਵੇਂ ਪਹੁੰਚਦਾ ਆ? ਦੇਖੋ, ਮੈਂ ਤਾਂ ਉੱਥੇ ਜਦੋਂ ਇੱਥੇ ਉਹਨਾਂ ਨੂੰ ਅਰੈਸਟ ਕਰਿਆ, ਇਹ ਇੱਧਰੋਂ ਚੰਡੀਗੜ੍ਹ ਸਾਈਡ ਤੋਂ ਆ ਰਹੇ ਸੀ, ਗੱਡੀਆਂ ਦੋ ਮਗਰੋਂ ਦਿੱਲੀ ਪੁਲਿਸ ਦੀ ਲੱਗੀ ਵੀਆਂ ਸੀ। ਇੱਥੇ ਥੋੜਾ ਲਾਈਟਾਂ ਹੋਣ ਕਰਕੇ ਉਹਨਾਂ ਨੇ ਗੱਡੀ ਰੋਕੀ ਆ, ਉਹਨਾਂ ਨੇ ਰੋਕ ਕੇ ਚਲੋ ਉਹਨਾਂ ਨੂੰ ਉਹ ਕਰ ਲਿਆ।
ਪਰ ਉਸ ਤੋਂ 2 ਘੰਟੇ ਬਾਅਦ ਹੀ ਖਬਰ ਜਿਹੜੀ ਆਮ ਇੱਥੇ ਚੱਲ ਪਈ ਸੀ ਵੀ ਇਸ ਤਰ੍ਹਾਂ ਕਰਕੇ 3 ਨੌਜਵਾਨ ਹੈ ਇਸ ਤਰ੍ਹਾਂ ਦੀ ਸ਼ਕਲ ਦੇ ਵੀ ਜਿਹੜੇ ਯੂਨੀਵਰਸਿਟੀ ਤੋਂ ਉਹਨਾਂ ਨੂੰ ਫੜਿਆ ਗਿਆ। ਇੱਕ ਭੱਜ ਗਿਆ ਸੀ, ਉਹ ਤਾਰ 'ਚ ਫਸ ਕੇ। ਚਲੋ ਇਸ ਤਰ੍ਹਾਂ ਦੀ ਗੱਲ ਥੋੜਾ ਜਿਹਾ ਦਿਮਾਗ 'ਚ ਆ ਗਿਆ ਸੀ ਵੀ ਕਿਤੇ ਉਹੀ ਨਾ ਆਪਣੇ ਉਹ ਹੋ ਗਿਆ। ਪਰ ਉਸ ਤੋਂ ਦੂਜੇ ਦਿਨ ਪਤਾ ਲੱਗ ਗਿਆ ਸੀ ਵੀ ਜਿਸ ਤਰ੍ਹਾਂ ਉਹਨਾਂ ਨੂੰ ਦਿੱਲੀ ਪੁਲਿਸ ਫੜ ਕੇ ਲੈ ਗਈ। ਉਸ ਤੋਂ ਬਾਅਦ ਤੁਹਾਡੇ ਉਹਨਾਂ ਦੇ ਨਾਲ ਪਹਿਲਾਂ ਸੰਬੰਧ ਰਹੇ ਨੇ, ਮਿਲਦੇ ਰਹੇ ਹੋ, ਤੇ ਇਸ ਵੇਲੇ ਤੱਕ ਤੁਹਾਨੂੰ ਹਜੇ ਤੱਕ ਉਹਨਾਂ ਨੇ ਪਿਤਾ ਦਾ ਜਿਹੜਾ ਖਿਤਾਬ ਉਹ ਨਹੀਂ ਦਿੱਤਾ ਸੀ। ਹਜੇ ਤੱਕ ਤੁਸੀਂ ਉਹਨਾਂ ਨਾਲ ਇੱਕ ਆਮ ਸਿੱਖ ਦੀ ਤਰ੍ਹਾਂ ਜਾਂ ਇੱਕ ਜਥੇਬੰਦੀ ਦੇ ਵਿੱਚ ਕੰਮ ਕਰਦੇ ਹੋ ਉਸੇ ਤਰ੍ਹਾਂ ਮਿਲਦੇ ਰਹੇ? ਬਿਲਕੁਲ, ਉਦੋਂ ਮੈਨੂੰ ਜਹੇਦਾਰ ਜੀ ਕਰਕੇ ਹੀ ਸੰਬੋਧਨ ਕਰਦੇ ਸੀ, ਜਦੋਂ ਵੀ ਗੱਲ ਕਰਨੀ ਜਹੇਦਾਰ ਕਰਕੇ। ਇਹ ਤਾਂ ਸਿਰਫ ਜਦੋਂ ਉਹਨਾਂ ਨੂੰ 2005 'ਚ ਦਿੱਲੀ ਪੁਲਿਸ ਅਰੈਸਟ ਕਰਕੇ ਉੱਥੇ ਲੈ ਗਈ, ਉਸ ਤੋਂ ਤੀਜੇ ਦਿਨ ਬਾਅਦ ਮੈਨੂੰ ਵੀ ਅਰੈਸਟ ਕਰ ਲਿਆ। ਨਹੀਂ, ਮੈਨੂੰ ਸੰਗਰੂਰ ਪੁਲਿਸ ਲੈ ਗਈ ਸੀ। 15 ਦਿਨ ਉਹਨਾਂ ਨੇ ਆਪਣੀ ਉਹ 'ਚ ਰੱਖਿਆ। ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਛੱਡਿਆ, ਫਿਰ ਦਿੱਲੀ ਪੁਲਿਸ ਲੈ ਗਈ। ਇਹ ਜਿਹੜਾ ਸੰਬੰਧ ਹੈ ਉਹ ਫਿਰ ਦਿੱਲੀ ਜਾ ਕੇ ਬਣਿਆ। ਜੋ ਕੇਸ ਚੱਲਿਆ ਤੁਹਾਡੇ ਉੱਤੇ ਪਨਾਹ ਦੇਣ ਦਾ, ਉਸੇ ਸਬੰਧ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕੀਤਾ ਸੀ ਜਾਂ ਜਿਹੜੇ 3 ਨੌਜਵਾਨ ਫੜੇ ਗਏ ਨੇ ਉਹਨਾਂ ਚੋਂ ਕਿਸੇ ਨੇ ਕੋਈ ਨਾਮ ਬਾਹਰ ਕੱਢਿਆ? ਤੁਹਾਡੀ ਗ੍ਰਿਫਤਾਰੀ ਕਿਸ ਬਿਹਾਫ ਤੇ ਹੋਈ ਸੀ? ਚਲੋ, ਨਾਂ ਤਾਂ ਉਹਨਾਂ ਨੇ, ਜਿਹੜੇ 2 ਸਿੰਘ ਸੀ ਉਹ ਮੇਰੇ ਸੰਪਰਕ 'ਚ ਉਸ ਤੋਂ ਪਹਿਲਾਂ ਸੀ ਆਏ, ਬਈ ਉਹਨਾਂ ਨੇ ਹੀ ਮੇਰਾ ਨਾਂ ਲਿਆ। ਇਹਨਾਂ ਨੇ ਨਾ ਕੋਈ ਪੁਲਿਸ ਨੂੰ ਮੇਰੇ ਬਾਰੇ ਦੱਸਿਆ, ਨਾ ਕੋਈ ਗੱਲ ਕਰੀ ਹੈ। ਉਹਨਾਂ ਨੇ ਹੀ ਮੇਰਾ ਨਾਂ ਲਿਆ ਸੀ। ਉਹਨਾਂ ਦੀ ਉਸ ਤੇ ਹੀ ਨਿਸ਼ਾਨਦੇਹੀ ਤੇ ਮੈਨੂੰ ਸੰਗਰੂਰ ਪੁਲਿਸ ਨੇ ਅਰੈਸਟ ਕੀਤਾ ਸੀ। ਦਿੱਲੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ? ਜਗਤਾਰ ਸਿੰਘ ਹਵਾਰਾ ਜੀ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਨੇ ਪਾਈ, ਤਾਂ ਦਿੱਲੀ ਪੁਲਿਸ ਨੇ ਨਹੀਂ ਤੁਹਾਨੂੰ ਗ੍ਰਿਫਤਾਰ ਕੀਤਾ ਕਿ ਤੁਹਾਡੇ ਉਹਨਾਂ ਦਾ ਸੰਬੰਧ ਰਹੇ ਨੇ ਜਾਂ ਉਹਨਾਂ ਦੇ ਕੋਲ ਵੀ ਖਬਰ ਹੋਵੇਗੀ ਜਾਂ ਉਹਨਾਂ ਦੇ ਕੋਲ ਵੀ ਇਨਫੋਰਮੇਸ਼ਨ ਇਸ ਗੱਲ ਦੀ ਹੋਊਗੀ? ਨਹੀਂ, ਜ਼ਿਆਦਾ ਪੰਜਾਬ 'ਚ ਜਿਹੜੇ ਨੌਜਵਾਨਾਂ ਨੂੰ ਉਸ ਟਾਈਮ ਜਿਨ੍ਹਾਂ ਨੂੰ ਸਿੰਘਾਂ ਨੂੰ ਅਰੈਸਟ ਕਰਿਆ ਗਿਆ, ਇਹਨਾਂ ਦੇ ਸੰਬੰਧ ਵਿੱਚ ਨਾ ਉਹ ਜ਼ਿਆਦਾ ਸੰਗਰੂਰ ਪੁਲਿਸ ਨੇ ਇਸ ਕੇਸ ਨੂੰ ਹੈਂਡਲ ਕਰਿਆ। ਇਹਨਾਂ ਦੀ ਪਤਾ ਨਹੀਂ ਹੁਣ ਸਰਕਾਰ ਦੀ ਕੀ ਨੀਤੀ ਸੀ ਜਾਂ ਇਹਨਾਂ ਦੀ ਇਹ ਤਕਰੀਬਨ ਉੱਥੇ ਇਹ ਸੰਬੰਧ ਵਾਲੇ ਜਿਹੜੇ ਇਹਨਾਂ ਨਾਲ ਸੰਬੰਧ ਸੀ 15-20 ਸਿੰਘ ਅਸੀਂ ਉੱਥੇ ਇਕੱਠੇ ਹੀ ਸੰਗਰੂਰ ਰਹੇ ਹਾਂ। ਪਰ ਦਿੱਲੀ ਪੁਲਿਸ ਤਾਂ ਮੈਨੂੰ ਉਦੋਂ ਲੈ ਗਈ ਹੈ ਵੀ ਜਦੋਂ ਇਹਨਾਂ ਨੇ ਸੰਗਰੂਰ ਪੁਲਿਸ ਨੇ 15 ਦਿਨ ਬਾਅਦ ਛੱਡਿਆ, ਉਸ ਤੋਂ ਦੂਜੇ ਦਿਨ ਬਾਅਦ ਫਿਰ ਦਿੱਲੀ ਪੁਲਿਸ ਲੈ ਗਈ। ਇਨਫੋਰਮੇਸ਼ਨ ਕਢਵਾਉਣ ਦੇ ਲਈ ਕੋਈ ਟੌਰਚਰ ਕੀਤਾ ਗਿਆ? ਹਾਂ, ਜਿਸ ਦਿਨ ਮੈਨੂੰ ਪਹਿਲੇ ਦਿਨ ਅਰੈਸਟ ਕਰਕੇ ਮੇਰੀ ਦੁਕਾਨ ਤੋਂ ਲੈ ਗਏ ਹੈ, ਉਹ ਪੂਰੀ ਚਲੋ ਉਹਨਾਂ ਨੇ ਜਿਸ ਤਰ੍ਹਾਂ ਪੁਲਿਸ ਕਰਦੀ ਹੈ, ਤੀਜੇ ਦਰਜੇ ਦੀ ਆਪਣਾ ਉਸ ਦਾ ਮੈਂ 3rd ਡਿਗਰੀ ਤਸ਼ੱਦਦ ਮੇਰੇ ਤੇ ਕਰਿਆ। ਕਈ ਗੱਲਾਂ ਪੁੱਛਣ ਵਾਸਤੇ ਉਹਨਾਂ ਨੇ ਪੂਰਾ ਕੋਈ ਚਲੋ ਕਸਰ ਨਹੀਂ ਛੱਡੀ, ਉਹ ਕੀਤਾ ਜੀ। ਪਿਤਾ ਦਾ ਖਿਤਾਬ ਕਦੋਂ ਦਿੰਦੇ ਜਾਂ ਪਿਤਾ ਦਾ ਰੁਤਬਾ ਤੁਹਾਨੂੰ ਕਦੋਂ ਦਿੰਦੇ? ਤੁਹਾਨੂੰ ਆਪਣੇ ਪਿਤਾ ਉਹ ਕਦੋਂ ਮੰਨਦੇ ਨੇ? ਕਿਉਂਕਿ ਜਿਹੜੇ ਉਹਨਾਂ ਦੇ ਜਨਮ ਦੇਣ ਵਾਲੇ ਪਿਤਾ ਨੇ ਜਿਹੜੇ ਹਨਾ, ਉਹਨਾਂ ਦੀ ਜਿਹੜੀ ਡੈਥ ਕਾਫੀ ਸਮੇਂ ਪਹਿਲਾਂ ਹੋ ਚੁੱਕੀ ਸੀ, ਤਾਂ ਉਹ ਕੀ ਘਟਨਾ ਬਣੀ, ਕੀ ਸਬੰਧ ਬਣਿਆ ਕਿ ਤੁਹਾਨੂੰ ਉਹਨਾਂ ਨੇ ਆਪਣਾ ਪਿਤਾ ਮੰਨਿਆ ਜਾਂ ਫਿਰ ਤੁਸੀਂ ਉਹਨਾਂ ਨੂੰ ਆਪਣਾ ਪੁੱਤਰ ਮੰਨਿਆ? ਦੇਖੋ, ਚਲੋ ਉਸ ਜਦੋਂ ਅਸੀਂ ਦਿੱਲੀ 'ਚ ਉਹਨਾਂ ਦੇ ਸਾਹਮਣੇ ਕਰਾਇਆ ਗਿਆ, ਉੱਥੇ 2-3 ਮਿੰਟ ਸਾਨੂੰ ਇੱਕ ਪਾਸੇ ਸਾਈਡ ਤੇ ਬਿਠਾਇਆ ਗਿਆ। ਉੱਥੇ ਗੱਲਬਾਤ ਹੋਈ ਹੈ। ਫਿਰ ਉੱਥੇ ਉਹਨਾਂ ਨੇ ਇਹ ਮੇਰੇ ਨਾਲ ਬਚਨ ਕਰੇ ਬਈ ਪਹਿਲਾ ਤਾਂ ਮੇਰਾ ਪਿਤਾ ਅਕਾਲ ਪੁਰਖ ਹੈ ਜਿਨ੍ਹਾਂ ਨੇ ਮੈਨੂੰ ਇਸ ਦੁਨੀਆ ਤੇ ਭੇਜਿਆ। ਦੂਜੇ ਮੇਰੇ ਜਿਹੜਾ ਪਿਤਾ ਜੀ ਸੀ ਉਹ ਵੀ ਚੜ੍ਹਾਈ ਕਰ ਗਏ ਵੀ ਤੁਸੀਂ ਦੱਸੋ ਇਹ ਡਿਊਟੀ ਨਿਭਾ ਸਕਦੇ ਆ ਪਿਤਾ ਵਾਲੀ ਕਿ ਨਹੀਂ। ਚਲੋ, ਮੈਂ ਆਪਣੇ ਦਿਮਾਗ ਤੇ ਬੋਝ ਪਾ ਕੇ ਥੋੜਾ ਜਿਹਾ ਉਹਨਾਂ ਨੂੰ ਹਾਂ ਕੀਤੀ। ਮੈਂ ਤਾਂ ਉਹ ਜਿਹੜਾ ਬਚਨ ਹੈ ਉਸ ਦਿਨ ਦਾ ਉਹ ਨਿਭਾ ਰਿਹਾ। ਜਿਹੜਾ ਇਹ ਸ਼ਬਦ ਹੈ ਬਾਪੂ ਜੀ ਵਾਲਾ, ਉਹਨਾਂ ਨੇ ਮੇਰੀ ਝੋਲੀ 'ਚ ਪਾਇਆ। ਇੱਕ ਵੱਡੀ ਗੱਲ ਹੈ ਕਿ ਜਦੋਂ ਉਹਨਾਂ ਨੇ ਤੁਹਾਡੀ ਝੋਲੀ 'ਚ ਸ਼ਬਦ ਪਾਇਆ ਬਾਪੂ ਜੀ ਵਾਲਾ, ਤਾਂ ਉਸ ਤੋਂ ਬਾਅਦ ਸਿੱਖ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਬਾਪੂ ਜੀ ਕਹਿਣ ਲੱਗ ਗਏ। ਅਕਸਰ ਅਸੀਂ ਦੇਖਦੇ ਹਾਂ ਕਿ ਕਿਸੇ ਸਮਾਗਮ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਬਾਪੂ ਜੀ ਕਹਿ ਕੇ ਉੱਥੇ ਸੰਬੋਧਨ ਕੀਤਾ ਜਾਂਦਾ, ਤਾਂ ਉਹ ਜਦੋਂ ਲੋਕ ਪਿਆਰ ਦਿੰਦੇ ਨੇ, ਮਾਣ ਸਤਿਕਾਰ ਦਿੰਦੇ ਨੇ, ਉਹ ਕਿਵੇਂ ਦਾ ਲੱਗਦਾ? ਦੇਖੋ, ਜਿਹੜਾ ਸ਼ਬਦ ਹੈ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ, ਮੈਂ ਨੌਜਵਾਨਾਂ ਦੀ ਤਾਂ ਗੱਲ ਇੱਕ ਪਾਸੇ, ਚਲੋ ਉਹਨਾਂ ਨੇ ਤਾਂ ਉਮਰ ਦੇ ਲਿਹਾਜ਼ ਨਾਲ ਮੈਨੂੰ ਬਾਪੂ ਜੀ ਕਹਿਣਾ, ਪਰ ਮੇਰੀ ਤੋਂ ਵੱਡੀ ਉਮਰ ਤੋਂ ਵੀ ਬਹੁਤ ਉਹਨਾਂ ਦੇ ਸ਼ਬਦ ਨੂੰ ਮੁੱਖ ਰੱਖ ਕੇ ਹੀ ਮੈਨੂੰ ਬਾਪੂ ਜੀ ਕਹਿੰਦੇ ਆ। ਜਿਹੜੇ ਬਹੁਤ ਸਾਰੇ ਮੇਰੇ ਨਾਲ ਵੀ ਵਿਚਰਨ ਵਾਲੇ ਆ, ਮੇਰੀ ਤੋਂ ਵੱਡੀ ਉਮਰ ਤੋਂ ਵੀ ਹੈ, ਉਹ ਵੀ ਮੈਨੂੰ ਬਾਪੂ ਜੀ ਕਰਕੇ ਬੁਲਾਉਂਦੇ ਆ।
ਦੇਸ਼ ਵਿਦੇਸ਼ 'ਚ ਇਹ ਤਾਂ ਸ਼ਬਦ ਦੇ ਉਹਨਾਂ ਵੱਲੋਂ ਜਿਹੜਾ ਸਤਿਕਾਰਯੋਗ ਮਿਲਿਆ ਵੀ ਉਹ ਹਾਂਜੀ ਉਹਨਾਂ ਦੇ ਬਦੌਲਤ ਹੀ ਜਿਹੜਾ ਸਤਿਕਾਰ ਮੈਨੂੰ ਮਿਲ ਰਿਹਾ। ਪ੍ਰਸ਼ਾਸਨ ਦੇ ਅਧਿਕਾਰੀ ਵੀ ਜਥੇਦਾਰ ਜੀ ਦੇ ਬਾਪੂ ਜੀ ਕਹਿੰਦੇ ਨੇ, ਜਾਂ ਉਹ ਕਿਦਾਂ ਬੋਲਦੇ ਨੇ? ਦੇਖੋ ਬਿਲਕੁਲ ਜੀ, ਪ੍ਰਸ਼ਾਸਨ ਪਹਿਲਾਂ ਤਾਂ ਮੈਂ ਜੇਲ੍ਹ ਪ੍ਰਸ਼ਾਸਨ ਦੀ ਕਰਾਂ ਵੀ ਜਦੋਂ ਉੱਥੇ ਜਾਂਦੇ ਦੇ ਮੁਲਾਕਾਤ ਕਰਨ ਉਹ ਵੀ ਬਾਪੂ ਜੀ ਕਹਿ ਕੇ ਬੁਲਾਉਂਦੇ ਸੀ ਵੀ ਉਹਨਾਂ ਦੇ ਬਾਪੂ ਜੀ ਹੈ। ਹੁਣ ਵੀ ਜਿਹੜੇ ਇੱਥੇ ਬਹੁਤ ਵੱਡੇ ਵੱਡੇ ਅਫਸਰ ਵੀ ਕਈ ਵਾਰੀ ਜਦੋਂ ਉਹਨਾਂ ਨੂੰ ਗੱਲਬਾਤ ਹੁੰਦੀ ਹੈ ਹੋਰ ਹੈ, ਉਹ ਵੀ ਪੂਰਾ ਸਤਿਕਾਰ ਬਾਪੂ ਜੀ ਕਹਿ ਕੇ ਬੁਲਾਉਂਦੇ ਆ ਜੀ। ਸਰਬੱਤ ਖਾਲਸੇ ਨੇ ਜੋ ਅਹੁਦਾ ਜਾਂ ਜੋ ਕੌਮ ਦਾ ਸਤਿਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਿੱਤਾ ਆ, ਉਹ ਪ੍ਰਸ਼ਾਸਨ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਉਹ ਵੀ ਉਸ ਗੱਲ ਨੂੰ ਮੰਨਦੇ ਨੇ ਕਿ ਹਾਂ ਸਰਬੱਤ ਖਾਲਸੇ ਨੇ ਜਥਾ ਥਾਪਿਆ ਆ ਤੇ ਇਹ ਸਿੱਖ ਕੌਮ ਦੇ ਜਥੇਦਾਰ ਨੇ। ਦੇਖੋ ਜੀ, ਚਾਹੇ ਕੁਝ ਅਫਸਰਾਂ ਦੀ ਵੀ ਜਾਂ ਸਰਕਾਰਾਂ ਦੀ ਮਜਬੂਰੀਆਂ ਉਸ ਨੂੰ ਮਤਲਬ ਓਪਨਲੀ ਨਹੀਂ ਗੱਲ ਕਹਿ ਸਕਦੇ, ਪਰ ਇਹਨਾਂ ਨੂੰ ਸਾਰਿਆਂ ਨੂੰ, ਏਜੰਸੀਆਂ ਨੂੰ ਵੀ, ਸਰਕਾਰਾਂ ਨੂੰ ਸਾਰਾ ਪਤਾ ਵੀ ਜਿਹੜਾ ਅੱਜ ਕੌਮ ਹੈ ਜਿੰਨੀ ਵੱਡੀ ਗਿਣਤੀ 'ਚ ਉਹਨੂੰ ਪਿਆਰ ਕਰਦੀ ਹੈ ਨਾ, ਅੱਜ ਵੱਡੇ ਵੱਡੇ ਅਫਸਰ ਵੀ ਇਹ ਮੰਨਦੇ ਆ ਵੀ ਜਿਹੜਾ ਇੱਕ ਕੌਮ ਦੀ ਗੱਲ ਕਰਨ ਵਾਲਾ ਲੀਡਰ ਹੈ ਨਾ, ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਹੀ ਹੈ। ਇਸ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਕੌਮ ਵੱਲੋਂ ਜਾਂ ਆਮ ਜਨਤਾ ਵੱਲੋਂ ਸਤਿਕਾਰ ਮਿਲਿਆ ਉਹ ਉਹਨਾਂ ਦੀ ਉਸ ਬਦੌਲਤ ਹੈ। ਬਹੁਤ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਰਿਵਾਰਕ ਪਿਛੋਕੜ ਕਿਵੇਂ ਦਾ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬੜੇ ਚੰਗੇ ਘਰ ਚੋਂ ਨੇ, ਫਿਰ ਇਸ ਮੂਵਮੈਂਟ ਦੇ ਵਿੱਚ ਆ ਜਾਂਦੇ ਨੇ। ਉਸ ਕਾਰਨ ਤੇ ਵੀ ਮੈਂ ਜਾਵਾਂਗਾ ਕਿ ਕੀ ਕਾਰਨ ਬਣਦੇ ਨੇ ਕਿ ਇੱਧਰ ਆ ਜਾਂਦੇ ਨੇ, ਪਰ ਬੜੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦਾ ਪਰਿਵਾਰਕ ਪਿਛੋਕੜ ਕਿਵੇਂ ਦਾ, ਕਿਉਂਕਿ ਇਹ ਆਖਿਆ ਜਾਂਦਾ ਕਿ ਬਹੁਤ ਵੱਡੇ ਜ਼ਿਮੀਂਦਾਰ ਘਰ ਚੋਂ ਨੇ, ਸੋਹਣੀ ਸਰਦਾ ਪੁਰਦਾ ਐਨ ਵਧੀਆ ਪੈਸੇ ਵਾਲਾ ਪਰਿਵਾਰ ਸੀ, ਰੁਤਬੇ ਵਾਲਾ ਪਰਿਵਾਰ ਸੀ। ਦੇਖੋ ਬਾਕੀ ਜਿਹੜਾ ਇਹਨਾਂ ਦਾ ਪਰਿਵਾਰ ਸੀ, ਦੋ ਭਰਾ ਹੈ, ਇਹਨਾਂ ਦੇ ਪਿਤਾ ਜੀ ਸੀ, ਮਾਤਾ ਜੀ ਹੈ। ਹੁਣ ਚੰਗਾ ਉਹ ਗੁਜ਼ਾਰੇ ਵਾਲਾ ਪਰਿਵਾਰ ਸੀ, ਕੋਈ ਐਸੀ ਗੱਲ ਨਹੀਂ। ਸਿਰਫ ਜਿਹੜਾ ਇਹ 1984 ਦਾ ਵਾਪਰਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਕਾਰ ਨੇ ਅਟੈਕ ਕੀਤਾ, ਇਹਦੇ ਰੋਸ ਵਜੋਂ ਹੀ ਇਹਨਾਂ ਦੇ ਮਨ ਤੇ ਸੱਟ ਵੱਜੀ। ਉਦੋਂ ਦਾ ਹੀ ਇਹ ਸੰਘਰਸ਼ 'ਚ ਆਏ ਹੈ। ਪਰਿਵਾਰ ਵੀ ਜਿਹੜਾ ਹੈ, ਪਰਿਵਾਰ ਦੀ ਬੜੀ ਕੁਰਬਾਨੀ ਹੈ। ਮੈਂ ਗੱਲ ਕਰਾਂ ਪਰਿਵਾਰ ਦੀ ਵੀ, ਉਹਨਾਂ ਦੇ ਮਾਤਾ ਜੀ ਹੈ, ਅੱਜ ਤੱਕ ਇੱਕ ਨਵਾਂ ਪੈਸਾ ਵੀ ਕਿਸੇ ਤੋਂ ਉਹਨਾਂ ਨੇ ਇਹਨਾਂ ਦੇ ਨਾਂ ਤੇ ਹਾਂ ਨਹੀਂ ਕੀਤੀ। ਜੋ ਸਬਰ ਸ਼ੁਕਰ ਨਾਲ ਆਪਣਾ ਜ਼ਿੰਦਗੀ ਉਹਨਾਂ ਨੇ ਬਤੀਤ ਕਰੀ, ਬੜਾ ਵੱਡਾ ਤਸ਼ੱਦਦ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਉਹਨਾਂ ਦੇ ਭਰਾ ਹੈ, ਬੜੇ ਸਬਰ ਸ਼ੁਕਰ ਵਾਲਾ ਪਰਿਵਾਰ। ਮੈਂ ਗੱਲ ਕਰਾਂ ਵੀ ਅੱਜ ਤੱਕ ਇੱਕ ਨਵਾਂ ਪੈਸਾ ਵੀ ਕਿਸੇ ਤੋਂ ਉਹਨਾਂ ਨੇ ਪਰਿਵਾਰ ਨੇ ਲਿਆ ਬਿਲਕੁਲ ਨਹੀਂ। ਕਿਹਾ ਜਾਂਦਾ ਕਿ ਬੜੀ ਜ਼ਮੀਨ ਜਾਇਦਾਦ ਸੀ, ਕੁਝ ਦੱਸ ਸਕਦੇ ਹੋ ਕਿ ਕਿੰਨੀ ਜ਼ਮੀਨ ਜਾਂ ਕਿੰਨੇ ਕਿੱਲੇ ਸੀ ਇਹਨਾਂ ਦੇ? ਦੇਖੋ ਜ਼ਮੀਨ 25 ਕਿੱਲੇ ਉਹਨਾਂ ਕੋਲ ਹੈ, ਦੋ ਭਰਾ ਹੈ ਜੀ, ਜਿਹੜੀ ਆਮ ਸਮਝੋ ਠੇਕੇ ਤੇ ਦਿੱਤੀ ਜਾਂਦੀ ਹੈ। ਚੰਗਾ ਗੁਜ਼ਾਰਾ ਸੀ, ਕੋਈ ਐਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਕਮੀ ਸੀ ਵੀ। ਹਾਂਜੀ, ਕਈ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੀ ਉਸ ਸਮੇਂ ਦੇ ਜਿਹੜੇ ਲੋਕ ਸੀ, ਜਾਂ ਉਸ ਸਮੇਂ ਜਿਹੜੇ ਲੋਕਾਂ ਨੇ ਮੂਵਮੈਂਟ ਦੇ ਵਿੱਚ ਹਿੱਸਾ ਲਿਆ, ਜਾਂ ਜਿਹੜੇ ਨੌਜਵਾਨ ਇਸ ਮੂਵਮੈਂਟ ਦੇ ਵਿੱਚ ਗਏ, ਹਥਿਆਰ ਚੱਕ ਲਏ, ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਤੋਂ ਫੰਡਿੰਗ ਸੀ, ਪਲਾਨ ਸੀ, ਸਾਰਾ ਕੁਝ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਅਜਿਹਾ ਨੌਜਵਾਨ ਜਿਹਨੂੰ 25 ਕਿੱਲੇ ਘਰ ਦੇ ਹੋਣ, ਜਿਨ੍ਹਾਂ ਦੇ ਕੋਲ ਸੋਹਣੀ ਸਰਦਾ ਪੁਰਦਾ ਵਧੀਆ ਪਰਿਵਾਰ ਹੋਵੇ, ਪੈਸਾ ਹੋਵੇ, ਸਾਰਾ ਕੁਝ, ਉਹ ਪਾਕਿਸਤਾਨ ਤੋਂ ਉਹਨਾਂ ਦਾ ਫਿਰ ਪੈਸਾ ਕੀ ਕਰਨਾ? ਤਾਂ ਇਸ ਦਾ ਕਾਰਨ ਫਿਰ ਇਹੀ ਮੰਨਿਆ ਜਾਵੇ ਕਿ ਉਹ ਨੌਜਵਾਨ ਜਿਹੜੇ ਉਸ ਵੇਲੇ ਤੁਰੇ ਨੇ, ਉਹ ਪੈਸੇ ਪਿੱਛੇ ਨਹੀਂ ਸੀ ਤੁਰੇ, ਉਹ ਜੋ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ ਉਸ ਦੇ ਰੋਸ ਦੇ ਵਜੋਂ ਤੁਰੇ। ਬਿਲਕੁਲ ਜੀ, ਜੇ ਹੁਣ ਕਹੀਏ ਵੀ ਹੁਣ ਇੱਕ ਪਾਸੇ ਪੈਸੇ ਪਿੱਛੇ ਆਪਣੀ ਬੰਦਾ ਜਾਨ ਲਾ ਸਕਦਾ, ਉਹਨਾਂ ਨੂੰ ਇੱਕ ਸੀ ਵੀ ਜਿਹੜਾ ਹੁਣ ਸਾਡੇ ਤੇ ਐਡਾ ਬੜਾ ਤਸ਼ੱਦਦ ਹੋਇਆ, ਕੌਮ ਨੂੰ ਇੰਨਾ ਜਲੀਲ ਕੀਤਾ, ਉਹਦਾ ਬਦਲਾ ਲੈਣ ਵਾਸਤੇ ਜੇ ਕੋਈ ਫੰਡਿੰਗ ਨਹੀਂ ਹੋਈ, ਕੋਈ ਪੈਸੇ ਦਾ ਨਿਸ਼ਾਨਾ ਨਹੀਂ ਸੀ ਉਹਨਾਂ ਦਾ। ਦੇਖੋ ਆਪਣੀਆਂ ਜਾਨਾਂ ਲਾਈਆਂ, ਪਰਿਵਾਰ ਬਰਬਾਦ ਹੋ ਗਏ ਇਹਦੇ ਪਿੱਛੇ। ਜਿਹੜਾ ਇਹ ਇਸ ਤਰ੍ਹਾਂ ਦੀ ਕੋਈ ਬਿਲਕੁਲ ਗੱਲ ਨਹੀਂ ਸੀ, ਇੱਕ ਨਿਸ਼ਾਨਾ ਸੀ ਵੀ ਜਿਹੜੀ ਸਾਡੀ ਕੌਮ ਹੈ ਨਾ, ਉਹ ਗੁਲਾਮ ਹੈ, ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ ਸਰਕਾਰ, ਉਹਨੂੰ ਆਜ਼ਾਦ ਕਰਾਉਣ ਵਾਸਤੇ ਹੀ ਉਹ ਸੰਘਰਸ਼ 'ਚ ਆਏ ਹੈ, ਨਾ ਕਿ ਕੋਈ ਕਿਸੇ ਤਰ੍ਹਾਂ ਦੀ ਪੈਸੇ ਦੀ ਪ੍ਰਾਪਤੀ ਵਾਸਤੇ ਜਾਂ ਕਿਸੇ ਹੋਰ ਵਾਸਤੇ ਆਏ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਨੇ ਜਿਹੜੇ, ਉਹ ਇਸ ਵੇਲੇ ਸਰੀਰਕ ਪੱਖੋਂ ਅਤੇ ਮਾਨਸਿਕ ਪੱਖੋਂ ਕਿਹੜੀਆਂ ਸਥਿਤੀਆਂ ਦੇ ਵਿੱਚੋਂ ਗੁਜ਼ਰ ਰਹੇ ਨੇ? ਦੇਖੋ ਉਹਨਾਂ ਤੇ ਜਿਹੜਾ ਸਰਕਾਰ ਦਾ
ਤਕਰੀਬਨ ਇਹਨਾਂ ਦੇ ਜਦੋਂ 1995 ਤੋਂ ਬਾਅਦ 3-4 ਮਹੀਨੇ ਉਹ ਵੀ ਪੁਲਿਸ ਹਿਰਾਸਤ 'ਚ ਰਹੇ ਹੈ। ਉਸ ਤੋਂ ਬਾਅਦ ਫਿਰ ਸਮੇਂ-ਸਮੇਂ ਤੇ ਉਹਨਾਂ ਨੂੰ ਸਰਕਾਰ ਵੱਲੋਂ ਪੁਲਿਸ ਵੱਲੋਂ ਟੌਰਚਰ ਕੀਤਾ ਗਿਆ। ਉਹ ਥੋੜਾ ਜਿਹਾ ਦਿਮਾਗੀ ਤੌਰ ਤੇ ਨਾ ਹੁਣ ਉਸ ਗੱਲ ਦਾ ਹਰ ਟਾਈਮ ਇਕੱਲੇ ਰਹਿਣ ਕਰਕੇ ਇਹਨਾਂ ਦਾ ਭਰਾ ਸੀ ਜਿਹੜਾ ਉਹ ਬਾਹਰ ਚਲੇ ਗਿਆ, ਉਹ ਸਾਰਾ ਹੀ ਉਹਨਾਂ ਨੇ ਜਿਹੜਾ ਤਸ਼ੱਦਦ ਹੈ ਆਪਣੇ ਪਿੰਡੇ ਤੇ ਹਟਾਇਆ, ਉਹਦੇ ਕਰਕੇ ਥੋੜਾ ਜਿਹਾ ਦਿਮਾਗੀ ਤੌਰ ਤੇ ਹੁਣ ਆਪਣਾ ਕਮਜ਼ੋਰ ਹੈ। ਤੁਸੀਂ ਉਸ ਮੂਵਮੈਂਟ ਦਾ ਹਿੱਸਾ ਰਹੇ ਹੋ, ਜਗਤਾਰ ਸਿੰਘ ਹਵਾਰਾ ਜੀ ਵੀ ਰਹੇ ਨੇ, ਤਾਂ ਇੱਕ ਜਥੇਬੰਦੀ ਤੁਸੀਂ ਕੰਮ ਵੀ ਕੀਤਾ, ਅਨੇਕਾਂ ਨੌਜਵਾਨਾਂ ਨੇ ਉਸ ਮੂਵਮੈਂਟ ਦਾ ਹਿੱਸਾ ਬਣੇ ਨੇ। ਪਰ ਜਿਹੜੀ ਉਹ ਲਹਿਰ ਪੰਜਾਬ ਦੇ ਵਿੱਚ ਤੁਰੀ ਸੀ, ਜਿਹੜੀ 97 ਤੋਂ ਬਾਅਦ ਅਲੋਪ ਹੋ ਗਈ ਲੱਗਦੀ ਹੈ, ਕੀ ਲੱਗਦਾ ਤੁਹਾਡੀ ਇਸ ਵਿਸ਼ੇ ਦੇ ਉੱਤੇ ਕਦੇ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਗੱਲਬਾਤ ਹੋਈ ਹੋਊਗੀ, ਉਹਨਾਂ ਦਾ ਕੀ ਕਹਿਣਾ ਹੈ? ਉਹ ਕੀ ਮੰਨਦੇ ਨੇ ਕਿ ਉਹ ਮੂਵਮੈਂਟ ਖਤਮ ਹੋ ਚੁੱਕੀ ਹੈ ਜਾਂ ਮੂਵਮੈਂਟ ਹੁਣ ਵੀ ਚੱਲ ਰਹੀ ਹੈ ਕਿਸੇ ਹੋਰ ਢੰਗ ਦੇ ਨਾਲ? ਉਹ ਨੌਜਵਾਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਰੋਸ ਨੇ ਜਾਂ ਉਹ ਕੋਈ ਹੋਰ ਰਾਹ ਅਖਤਿਆਰ ਕਰਕੇ ਜਿਹੜੇ ਨਿਸ਼ਾਨਿਆਂ ਨੂੰ ਲੈ ਕੇ ਚੱਲੇ ਸੀ ਉਹਨਾਂ ਦੇ ਵੱਲ ਨੂੰ ਵੱਧ ਰਹੇ ਨੇ? ਦੇਖੋ, ਜਿਹੜਾ ਉਹ ਹੈ ਉਸ ਦੀ ਪ੍ਰਾਪਤੀ ਵਾਸਤੇ ਅੱਜ ਵੀ ਉਹ ਹੈ ਕੋਈ, ਚਲੋ ਉਸ ਟਾਈਮ ਹਥਿਆਰਬੰਦ ਜਿਹੜਾ ਸੰਘਰਸ਼ ਉਹ ਲੜਿਆ ਗਿਆ, ਪਰ ਅੱਜ ਸਾਨੂੰ ਦਿਮਾਗੀ ਤੌਰ ਤੇ ਵੀ ਉਹ ਹੈ, ਭਾਵੇਂ ਇੱਕ ਕਿਸਾਨੀ ਅੰਦੋਲਨ ਹੈ, ਇਹ ਵੀ ਇੱਕ ਸਰਕਾਰ ਦੇ ਖਿਲਾਫ ਅੰਦੋਲਨ ਹੈ, ਇਹ ਵੀ ਸਾਡੀ ਆਜ਼ਾਦੀ ਦਾ ਹਿੱਸਾ, ਕਿਉਂ ਸਾਡੇ ਬਣਦੇ ਹੱਕ ਹੈ ਜਿਹੜੇ ਉਹ ਸਰਕਾਰ ਖੋਣਾ ਚਾਹ ਰਹੀ ਹੈ। ਇਸ ਕਰਕੇ ਅੱਜ ਵੀ ਨੌਜਵਾਨ ਉਸ ਆਪਣੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਸੰਘਰਸ਼ੀਲ ਹੈ। ਕਿਉਂ ਜ਼ਰੂਰੀ ਨਹੀਂ ਕੋਈ ਵੀ ਇਹ ਹਥਿਆਰਬੰਦ ਹੋਏ। ਉਸ ਟਾਈਮ ਜਿਹੜਾ ਬਹੁਤ ਤਰ੍ਹਾਂ ਦੇ ਸਰਕਾਰ ਨੇ ਵੀ ਹੱਥ ਕੰਡੇ ਵਰਤੇ ਹੈ ਇਸ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ। ਮੈਂ ਗੱਲ ਕਰਾਂ, ਇੱਕ ਉਸ ਟਾਈਮ SSP ਜੀ ਇਜ਼ਹਾਰ ਆਲਮ, ਉਹਨੇ 600 ਨੌਜਵਾਨ ਭਰਤੀ ਕਰਕੇ ਜਿਨ੍ਹਾਂ ਦੇ ਪੂਰੇ ਬਾਣੇ ਪਵਾ ਕੇ ਦਮਾਲੇ ਸਜਾ ਕੇ ਇਸ ਤਰ੍ਹਾਂ ਦੇ ਕੰਮ ਉਹਨਾਂ ਤੋਂ ਕਰਾਉਂਦੇ ਰਹੇ ਵੀ ਰਾਤ ਨੂੰ ਕਿਸੇ ਦੇ ਘਰ ਚਲਿਆ ਜਾਣਾ, ਨਾਲੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨੀ ਉਹਨਾਂ ਨੇ, ਨਾਲੇ ਪੈਸੇ ਲੈ ਜਾਣੇ। ਸਵੇਰੇ ਆ ਕੇ ਪੁਲਿਸ ਨੇ ਉਸੇ ਘਰ ਨੂੰ ਘੇਰ ਲੈਣਾ ਕਿ ਤੁਹਾਡੇ ਰਾਤ ਖਾੜਕੂ ਸਿੰਘ ਆਏ ਹੈ, ਤੁਸੀਂ ਦੱਸਿਆ ਨਹੀਂ। ਉਸ ਪਰਿਵਾਰ ਤੇ ਇਸ ਤਰ੍ਹਾਂ ਦੀ ਸਰਕਾਰ ਨੇ ਬਹੁਤ ਚਾਲਾਂ ਚਲੀਆਂ ਇਸ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ, ਦਬਾਉਣ ਵਾਸਤੇ। ਜਗਤਾਰ ਸਿੰਘ ਹਵਾਰਾ ਜੀ ਕੀ ਮੰਨਦੇ ਨੇ ਇਸ ਬਾਰੇ ਕਿ ਹੁਣ ਰਾਹ ਉਹੀ ਰਾਹ ਨੇ ਜਿਹੜੇ ਉਹਨਾਂ ਉੱਤੇ ਨੌਜਵਾਨਾਂ ਨੂੰ ਚੱਲਣਾ ਚਾਹੀਦਾ, ਜਾਂ ਉਹ ਨੌਜਵਾਨਾਂ ਨੂੰ ਤੁਹਾਡੀ ਗੱਲਬਾਤ ਹੁੰਦੀ ਹੋਊਗੀ ਕਿ ਇਸ ਵਿਸ਼ੇ ਦੇ ਉੱਤੇ ਵੀ, ਜਾਂ ਕਦੇ ਕੋਈ ਸੰਦੇਸ਼ ਕਿ ਨੌਜਵਾਨ ਹੁਣ ਕਿਹਨਾਂ ਰਾਹਾਂ ਤੇ ਨੂੰ ਤੁਰਨ, ਜਾਂ ਉਹ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਜਾਂ ਮੰਨਦੇ ਨੇ ਉਹਨਾਂ ਨੂੰ, ਉਹ ਉਹਨਾਂ ਬਾਰੇ? ਦੇਖੋ, ਪਹਿਲਾਂ ਤਾਂ ਉਹਨਾਂ ਨੂੰ ਨੌਜਵਾਨਾਂ ਨੂੰ ਇਹੀ ਸੁਨੇਹਾ ਜਿਹੜਾ ਸਮੇਂ-ਸਮੇਂ ਤੇ ਦਾਸ ਰਾਹੀਂ ਦਿੰਦੇ ਵੀ ਰਹੇ ਹੈ ਬਈ ਜਿਹੜਾ ਅੱਜ ਸਰਕਾਰ ਦੀ ਨੀਤੀਆਂ ਕਰਕੇ ਨੌਜਵਾਨ ਹੈ ਜਿਹੜਾ ਉਹ ਨਸ਼ੇ ਦੀ ਜਾਂ ਆਪਣੇ ਪਤਤਪੁਣੇ ਦੀ ਲਹਿਰ 'ਚ ਜਿਹੜਾ ਇਹ ਧੱਕਿਆ ਗਿਆ ਸੀ, ਵੀ ਉਹ ਇਸ ਪਾਸੇ ਤੋਂ ਆਪਣਾ ਗੁਰੇਜ਼ ਕਰਨ, ਆਪਣਾ ਜਿਹੜਾ ਅਮੀਰ ਵਿਰਸਾ ਸਾਡਾ ਉਹਦੇ ਨਾਲ ਜੁੜਨ, ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਸਿਆਸੀ ਤੌਰ ਤੇ ਵਿਚਰਨ। ਕਿਉਂਕਿ ਅੱਜ ਸਿਆਸੀ ਹੈ ਜਿਹੜਾ ਰਾਜਨੀਤਿਕ ਪਾਰਟੀਆਂ ਵੀ ਹੋ ਗਈਆਂ, ਉਹ ਸਿਰਫ ਤੇ ਸਿਰਫ ਆਪਣੇ ਲਾਲਚ ਵਾਸਤੇ, ਕੁਰਸੀ ਪ੍ਰਾਪਤੀ ਵਾਸਤੇ ਬਹੁਤ ਕੁਝ ਕਰ ਰਹੀਆਂ। ਇਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਹੋ ਕੇ ਇਸ ਦੀ ਜਿਹੜੀ ਕਮਾਂਡ ਹੈ ਉਹ ਸੰਭਾਲਣੀ ਚਾਹੀਦੀ ਹੈ ਉਹਨਾਂ ਦਾ, ਨੌਜਵਾਨਾਂ ਨੂੰ ਇਹੀ ਸੁਨੇਹਾ। ਪਰਿਵਾਰ ਸਮੇਤ ਮਿਲਦੇ ਹੋਣਗੇ ਉਹਨਾਂ ਨੂੰ, ਤੇ ਉਹ ਉਹਨਾਂ ਦਾ ਕਿਵੇਂ ਹੈ ਪਰਿਵਾਰ ਦੇ ਨਾਲ, ਤੁਹਾਡੇ ਕਿਵੇਂ ਉਹਨਾਂ ਦਾ ਪਿਆਰ ਹੈ, ਤੁਹਾਡੇ ਪਰਿਵਾਰ ਦਾ ਉਹਨਾਂ ਦੇ ਨਾਲ ਕਿਵੇਂ? ਦੇਖੋ, ਸਾਡਾ ਤਾਂ ਹੁਣ ਉਹ ਇੱਕ ਪਰਿਵਾਰ ਦਾ ਮੈਂਬਰ ਹੈ ਜੀ। ਜਿਹੜਾ ਇੱਕ ਪਰਿਵਾਰ ਸਮਝੋ ਉਸ ਚੀਜ਼ ਨੂੰ ਮਹਿਸੂਸ ਕਰਦਾ, ਪਿਆਰ ਨੂੰ, ਹੋਰ ਨੂੰ, ਸਾਡਾ ਸਾਰਾ ਹੀ ਪਰਿਵਾਰ ਇਸ ਚੀਜ਼ ਨੂੰ ਮਹਿਸੂਸ ਕਰਦਾ ਵੀ ਕਦੋਂ ਪਰਿਵਾਰ, ਕਈ ਵਾਰੀ ਹੱਸਦੇ ਵੀ ਕਹਿ ਦਿੰਦੇ ਆ ਕਿ ਬਾਪੂ ਜੀ ਆ ਕੇ ਮੈਂ ਅੱਧੀ ਜ਼ਮੀਨ ਲੈਣੀ ਹੈ। ਮੈਂ ਅੱਜ ਵੀ ਵਾਅਦਾ ਕਰਦਾ ਵੀ ਜਦੋਂ ਵੀ, ਅੱਜ ਵੀ ਮੈਨੂੰ ਉਹਨਾਂ ਦੀ ਰਿਹਾਈ ਵਾਸਤੇ ਭਾਵੇਂ ਆਪਣਾ ਕੁਛ ਲਾਉਣਾ ਪੈ ਜੇ ਮੈਂ ਤਿਆਰ ਹੈ। ਸਾਡਾ ਪਰਿਵਾਰ ਸਾਰਾ ਤਿਆਰ ਹੈ। ਇੰਨਾ ਉਹ ਹੈ ਵੀ ਜੇ ਕੱਲ ਨੂੰ ਉਹ ਚਾਹੇ ਵੀ ਮੈਂ ਅੱਧ ਦਾ ਹੱਕਦਾਰ ਹੈ ਉਹ ਜਾਇਦਾਦ ਦਾ, ਸਾਡਾ ਪਰਿਵਾਰ ਬੱਚਾ ਉਹਨੂੰ ਬਹੁਤ ਪਿਆਰ ਕਰਦਾ, ਛੋਟੇ ਬੱਚੇ ਤੋਂ ਲਾ ਕੇ। ਮਿਲਦੇ ਨੇ ਬੱਚੇ ਜਾ ਕੇ? ਬਿਲਕੁਲ ਜੀ, ਮੇਰਾ ਪੋਤਰਾ ਉਹ 3 ਸਾਲ ਦਾ ਸੀ ਜਦੋਂ ਤਿਹਾੜ ਜੇਲ੍ਹ 'ਚ ਜਾ ਕੇ ਮੁਲਾਕਾਤ ਕਰਦਾ ਰਿਹਾ। ਉਹਨਾਂ ਨੂੰ ਤਾਇਆ ਜੀ ਕਹਿ ਕੇ ਬੁਲਾਉਂਦਾ, ਸਾਰੀ ਗੱਲਬਾਤ ਕਰਨੀ ਉਹਨਾਂ ਨਾਲ। ਬਹੁਤ ਪਿਆਰ ਕਰਦੇ ਆ ਉਹਨਾਂ ਦਾ, ਬੱਚੇ ਪਿਆਰ ਕਰਦੇ ਆ। ਪੋਤਰੀ ਹੈ ਉਹ ਕਈ ਵਾਰੀ ਮਿਲ ਕੇ ਆਈ ਹੈ। ਤੁਸੀਂ
ਪਹਿਲਾਂ ਉਹਨਾਂ ਨੂੰ ਕੀ ਕਹਿ ਕੇ ਸੰਬੋਧਨ ਕਰਦੇ ਸੀ ਤੇ ਹੁਣ ਉਹਨਾਂ ਨੂੰ ਕੀ ਕਹਿ ਕੇ ਬੁਲਾਉਂਦੇ ਹੋ? ਦੇਖੋ ਮੈਂ ਤਾਂ ਹੁਣ ਜਿਸ ਦਿਨ ਦਾ ਉਹਨਾਂ ਨੂੰ ਜਥੇਦਾਰ ਥਾਪਿਆ ਸ੍ਰੀ ਅਕਾਲ ਤਖਤ ਸਾਹਿਬ ਦਾ, ਮੈਂ ਜਥੇਦਾਰ ਜੀ ਕਹਿ ਕੇ ਹੀ ਸੰਬੋਧਨ ਕਰਦਾ, ਉਹਨਾਂ ਨੂੰ ਬੁਲਾਉਣਾ ਕੋਈ ਕੌਮ ਨੇ ਖਿਤਾਬ ਦਿੱਤਾ ਹੈ, ਤਾਂ ਤੁਸੀਂ ਸਰਬੱਤ ਖਾਲਸੇ ਦੇ ਉਸ ਦਿਨ ਦਾ ਜ਼ਿਕਰ ਕੀਤਾ, ਤੁਸੀਂ ਵੀ ਉੱਥੇ ਸਟੇਜ ਉੱਤੇ ਮੌਜੂਦ ਸੀ, ਤਾਂ ਉਸ ਦਿਨ ਜੈਕਾਰਿਆਂ ਦੀ ਗੂੰਜ ਨਹੀਂ ਟੁੱਟੀ, ਤਾਂ ਇੰਜ ਲੱਗਿਆ ਕਿ ਸ਼ਾਇਦ ਸਿੱਖ ਨੌਜਵਾਨਾਂ ਦੇ ਕਿਸੇ ਨੇ ਦਿਲਾਂ ਦੀ ਗੱਲ ਬੁੱਝ ਲਈ ਹੋਵੇ। ਤਾਂ ਤੁਹਾਨੂੰ ਕਿਵੇਂ ਲੱਗਿਆ ਇੱਕ ਪਿਤਾ ਦੇ ਤੌਰ ਤੇ? ਤੁਸੀਂ ਕੌਮ ਦੇ ਤੌਰ ਤੇ ਤਾਂ ਸਾਰੇ ਨੌਜਵਾਨਾਂ ਦੇ ਜਿਹੜੇ ਦਿਲਾਂ ਦੇ ਜਜ਼ਬਾਤ ਸੀ ਉੱਥੇ ਸਾਹਮਣੇ ਆ ਰਹੇ ਸੀ, ਇੱਕ ਪਿਤਾ ਦੇ ਤੌਰ ਤੇ ਸਟੇਜ ਤੇ ਬੈਠੇ ਸੀ, ਸਾਰੀ ਕੌਮ ਤੁਹਾਡੇ ਸਾਹਮਣੇ ਬੈਠੀ ਸੀ, ਤੇ ਜਦੋਂ ਉਹ ਤੁਹਾਡੇ ਬੇਟੇ ਉਹਨਾਂ ਦਾ ਨਾਮ ਮਕਬੂਲ ਹੋਇਆ ਪੂਰੀ ਕੌਮ ਦੇ ਵਿੱਚ, ਉਸ ਵੇਲੇ ਤੁਹਾਡੇ ਮਨ ਦੇ ਜਿਹੜੇ ਬਲਬਲੇ ਸੀ ਉਹ ਕਿਵੇਂ ਦੇ ਸੀ? ਉਹ ਸਮਾਂ ਮੈਂ ਬਿਆਨ ਨਹੀਂ ਕਰ ਸਕਦਾ ਵੀ ਇੰਨੀ ਖੁਸ਼ੀ ਹੋਈ। ਚਲੋ ਮੇਰੇ ਤੋਂ ਇਲਾਵਾ ਜਿਹੜੇ ਵੀ ਉੱਥੇ ਹਾਜ਼ਰ ਸੀ ਜਾਂ ਦੇਸ਼ ਵਿਦੇਸ਼ 'ਚ ਬੈਠੇ ਉਸ ਪ੍ਰੋਗਰਾਮ ਨੂੰ ਦੇਖ ਰਹੇ ਸੀ, ਇੰਨੀ ਕੌਮ ਦੇ ਅੰਦਰ ਖੁਸ਼ੀ ਆਈ ਹੈ ਵੀ ਉਹ ਬਿਆਨ ਨਹੀਂ ਕਰ ਸਕਦੇ। ਮੈਂ ਤਾਂ ਉਹ ਬਿਆਨ ਨਹੀਂ ਕਰ ਸਕਦਾ ਵੀ ਜਿਸ ਤਰ੍ਹਾਂ ਉਸ ਟਾਈਮ ਸਟੇਜ ਤੇ ਹੀ ਦਾਸ ਨੂੰ ਬਹੁਤ ਸਾਰਿਆਂ ਨੇ ਵਧਾਈਆਂ ਦਿੱਤੀਆਂ ਵੀ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ। ਇਸ ਕਰਕੇ ਉਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜਿਹੜੇ ਕੌਮ ਨੇ ਉਹਨਾਂ ਤੇ ਭਰੋਸਾ ਪ੍ਰਗਟ ਕੀਤਾ ਵੀ ਉੱਥੇ 5-4 ਮਿੰਟ ਜੈਕਾਰਿਆਂ ਦੀ ਇਹ ਉੱਥੇ ਚੱਲਦੀ ਰਹੀ ਵੀ ਪਤਾ ਨਹੀਂ ਕਿੱਡੀ ਬੜੀ ਪ੍ਰਾਪਤੀ ਕੌਮ ਨੂੰ ਹੋਈ ਹੈ। ਅਸਲ ਸਰਬੱਤ ਖਾਲਸਾ ਦਾ ਇੱਕੇ ਇੱਕ ਫੈਸਲਾ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਉਣ ਦਾ ਸੀ, ਸਭ ਤੋਂ ਵੱਡਾ ਕਾਮਯਾਬ ਫੈਸਲਾ ਸੀ, ਉਹ ਸਭ ਤੋਂ ਵੱਡੀ ਪ੍ਰਾਪਤੀ ਸੀ ਉਹ ਸਰਬੱਤ ਖਾਲਸਾ ਦੀ। ਜਗਤਾਰ ਸਿੰਘ ਹਵਾਰਾ ਜੀ ਨੂੰ ਪੇਸ਼ੀਆਂ ਦੇ ਵਾਸਤੇ ਲੈ ਕੇ ਆਇਆ ਜਾਂਦਾ, ਤਾਂ ਬੜੀ ਵਾਰ ਦੇਖਿਆ ਗਿਆ ਕਿ ਬੇੜੀਆਂ ਦੇ ਵਿੱਚ ਜਕੜ ਕੇ ਲੈ ਕੇ ਆਇਆ ਜਾਂਦਾ, ਹਾਲਾਂਕਿ ਅਣਮਨੁੱਖੀ ਢੰਗ ਹੈ ਉਹ, ਤੇ ਬੇੜੀਆਂ ਦੇ ਵਿੱਚ ਕੀ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕੀਤਾ ਜਾਂਦਾ ਕਿ ਜੇਲ੍ਹ ਦੇ ਉੱਤੇ ਹੁਣ ਵੀ ਉਹਨਾਂ ਉੱਤੇ ਤਸ਼ੱਦਦ ਹੁੰਦਾ, ਜਾਂ ਪਹਿਲਾਂ ਜਦੋਂ ਕੋਈ ਜਾਣਕਾਰੀ ਕਢਾਉਣੀ ਦਾ ਜ਼ਰੂਰ ਹੋਇਆ ਹੋਊਗਾ, ਪਰ ਕੀ ਹੁਣ ਵੀ ਇਦਾਂ ਦਾ ਹੁੰਦਾ? ਦੇਖੋ ਤਸ਼ੱਦਦ ਤਾਂ ਉਹਨਾਂ ਤੇ ਜਦੋਂ 1995 'ਚ ਕਾਂਡ ਹੋਇਆ ਉਹਨਾਂ ਨੂੰ ਅਰੈਸਟ ਕਰਿਆ ਗਿਆ, ਉਦੋਂ ਬਹੁਤ ਵੱਡਾ ਸਰੀਰਕ ਤਸ਼ੱਦਦ ਉਹਨਾਂ ਤੇ ਹੋਇਆ, ਉਸ ਤੋਂ ਬਾਅਦ ਵੀ ਹੋਇਆ। ਜਿਹੜੇ ਲਿਆਉਂਦੇ ਰਹੇ ਇੰਨੀ ਸਿਕਿਉਰਿਟੀ ਉਸ ਟਾਈਮ ਲਾਉਂਦੇ ਰਹੇ, ਜਦੋਂ ਉਹਨਾਂ ਨੂੰ ਕਿਸੇ ਤਰੀਕ ਤੇ ਲੈ ਕੇ ਆਉਣਾ ਬਹੁਤ ਵੱਡੀ ਸਿਕਿਉਰਿਟੀ। ਮੈਂ ਗੱਲ ਕਰਾਂ ਵੀ ਜਿਸ ਤਰ੍ਹਾਂ ਉਹ ਚੰਡੀਗੜ੍ਹ 'ਚ ਜਦੋਂ ਉਹਨਾਂ ਨੂੰ ਤਰੀਕ ਤੇ ਲੈ ਕੇ ਆਏ ਸੀ 2011 'ਚ, 11/11/2011 ਨੂੰ, ਉਹ ਨਿਸ਼ਾਂਤ ਸ਼ਰਮਾ ਇੱਕ ਮਤਲਬ ਹਿੰਦੂ ਜਥੇਬੰਦੀਆਂ ਦਾ ਆਪਣੇ ਆਪ ਨੂੰ ਕਹਾਉਂਦਾ ਸੀ, ਉਹ ਆ ਕੇ ਇਸ ਮਨਸਾ ਨਾਲ ਵੀ ਮੈਂ ਇਹਦੀ ਬੇਇੱਜ਼ਤੀ ਕਰਨੀ ਹੈ, ਪਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਉਸ ਟਾਈਮ ਦਿਖਾਇਆ ਵੀ ਇੱਕ ਘਸੁੰਨ 'ਚ ਉਲਟ ਕੇ ਗਿਰਿਆ। ਇਸ ਤਰ੍ਹਾਂ ਕਰਕੇ ਉਹਨਾਂ ਨੂੰ ਜਦੋਂ ਤਰੀਕ ਤੇ ਲੈ ਕੇ ਆਉਂਦੇ ਸੀ, ਪਤਾ ਨਹੀਂ ਵੀ ਕਿੱਡਾ ਬੜਾ ਉਹ ਹੈ, ਕਿਸ ਤਰ੍ਹਾਂ ਇੰਨੀ ਸਿਕਿਉਰਿਟੀ ਲਾਉਣੀ ਹੋਰ ਕਰਨੀ, ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ ਸੀ। ਪਰ ਦਾਸ ਉਹਨਾਂ ਰੋਕਾਂ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਜਾ ਕੇ ਜੱਫੀ ਪਾ ਕੇ ਮਿਲਣਾ ਹਰ ਇੱਕ ਤਰੀਕ ਤੇ। ਹਾਂ, ਇੱਕ ਖਾਸ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਬੜਾ ਕੁਝ ਘਟਦਾ ਸਮਾਜ ਦੇ ਵਿੱਚ, ਸਿੱਖ ਕੌਮ ਦੇ ਨਾਲ ਵੀ ਘਟਦਾ ਹੈ, ਸਿੱਖ ਕੌਮ ਦੇ ਅੰਦਰ ਵੀ ਘਟਦਾ ਹੈ, ਪਰ ਇਹਨਾਂ ਸਭ ਦੇ ਵਿੱਚ ਵੀ ਜਗਤਾਰ ਸਿੰਘ ਹਵਾਰਾ ਜੀ ਦਾ ਕਿਸੇ ਦੇ ਖਿਲਾਫ ਕਦੇ ਕੋਈ ਬਿਆਨ ਨਹੀਂ ਆਇਆ। ਦੇਖੋ ਮੈਂ ਕਹਿਣਾ ਵੀ ਉਹ ਐਡੀ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਤੇ ਨਾ, ਕੋਈ ਉਹਨਾਂ ਨੂੰ ਕਹਿ ਵੀ ਗਿਆ ਐਡਾ ਬੜਾ, ਜਿਸ ਤਰ੍ਹਾਂ ਉਹ ਹਾਥੀ ਦਾ ਇੱਕ ਹਿਰਦਾ ਹੁੰਦਾ ਵੀ ਹਾਥੀ ਲੰਘਦਾ ਨਾ ਮਸਤ ਚਾਲ, ਉਹ ਮਸਤ ਚਾਲ ਹੈ। ਕਦੇ ਕਿਸੇ ਦੇ ਖਿਲਾਫ ਉਹਨਾਂ ਨੇ ਇੱਕ ਸ਼ਬਦ ਵੀ, ਭਾਵੇਂ ਉਹਨਾਂ ਨੂੰ ਕੋਈ ਕਹਿ ਵੀ ਜਾਵੇ, ਸਮੇਂ-ਸਮੇਂ ਤੇ ਮੈਂ ਦੇਖਿਆ ਉਹਨਾਂ ਬੰਦਿਆਂ ਨੇ ਆਪ ਸ਼ਰਮ ਮਹਿਸੂਸ ਕੀਤੀ ਹੈ ਵੀ ਜਿਹੜੇ ਉਹਨਾਂ ਦੇ ਖਿਲਾਫ ਕਿਸੇ ਨੇ ਬੋਲਿਆ, ਪਰ ਉਹ ਕਿਸੇ ਦੇ ਖਿਲਾਫ ਨਹੀਂ ਨਿੱਜੀ ਤੌਰ ਤੇ ਕੋਈ ਗੱਲ ਕਰਦੇ, ਨਾ ਕਿਸੇ ਨੂੰ ਕਰਨਾ। ਘਟ ਰਿਹਾ ਹੈ, ਜੋ ਚੱਲ ਰਿਹਾ ਸਮਾਜ ਦੇ ਵਿੱਚ, ਜੋ ਰਾਜਨੀਤੀ ਖੇਲੀ ਜਾ ਰਹੀ ਹੈ, ਉਹ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਉਹਨਾਂ ਕੋਲ ਜਾਣਕਾਰੀ ਉਹ ਪਹੁੰਚ ਰਹੀ ਹੈ ਸਾਰੀ? ਦੇਖੋ ਜਾਣਕਾਰੀ ਅਖਬਾਰ ਰਾਹੀਂ ਉਹਨਾਂ ਨੂੰ ਸਾਰੀ ਪਹੁੰਚਦੀ ਹੈ, ਪੂਰੀ ਜਾਣਕਾਰੀ ਹੈ, ਪੂਰੇ ਫਿਕਰਮੰਦ ਹੈ ਵੀ ਅੱਜ ਕੌਮ ਦਾ ਕੀ ਹਾਲ ਹੋ ਰਿਹਾ। ਜਿਹੜੇ ਹੁਣ ਆਗੂ ਹੈ ਕੌਮ ਦੇ ਕਹਾਉਣ ਵਾਲੇ, ਆਪਣੀ ਛੋਟੀ ਗੱਲਾਂ ਪਿੱਛੇ ਆਪਣੀਆਂ ਹਉਮੈ ਦੀ ਲੜਾਈ ਲੜ ਰਹੇ ਹੈ, ਬੜੇ ਫਿਕਰਮੰਦ ਹੈ ਉਸ ਬਾਰੇ ਕੌਮ ਦੀ। ਬਾਕੀ ਜੇ ਉਹ ਆ ਜਾਣ, ਮੈਂ ਕਹਿਣਾ ਇਹ ਸਾਰੇ ਕੌਮ ਦੇ ਜਿਹੜੇ ਮਸਲੇ ਹੈ ਦਿਨਾਂ 'ਚ ਹੀ ਹੱਲ ਹੋ ਸਕਦੇ। ਲੱਗਦਾ ਕਿ ਰਿਹਾਈ ਹੋਊਗੀ? ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ। ਅਸੀਂ ਇਸ ਵਾਰੀ 7 ਤਰੀਕ ਨੂੰ ਬੰਦੀ ਛੋੜ ਗਵਾਲੀਅਰ ਜਾ ਕੇ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ, ਜ਼ਰੂਰ ਪੂਰੀ ਹੋਏਗੀ, ਰਿਹਾਈ ਹੋਏਗੀ। ਸਾਨੂੰ ਪੂਰਾ ਭਰੋਸਾ, ਕੌਮ ਨੂੰ ਉਹਨਾਂ ਦੀ ਰਿਹਾਈ ਵਾਸਤੇ ਪੂਰਾ ਲਾਮਬੰਦ ਹੋ ਕੇ ਕਰਨਾ ਚਾਹੀਦਾ। ਵੈਸੇ ਅੱਜ ਲੋੜ ਹੈ ਸਮੇਂ ਦੀ।
ਇੱਕ ਇੱਕ ਦੋ ਸਵਾਲ ਮੈਂ ਉਸ ਮੂਵਮੈਂਟ ਦੇ ਨਾਲ ਕਰਨੇ ਚਾਹੁੰਦਾ, ਜਿਸ ਮੂਵਮੈਂਟ ਦੇ ਨਾਲ ਤੁਸੀਂ ਜੁੜੇ ਰਹੇ ਹੋ, ਜਗਤਾਰ ਸਿੰਘ ਹਵਾਰਾ ਜੀ ਜੁੜੇ ਰਹੇ ਨੇ, ਤਾਂ ਇੱਕ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਸੀ ਕਿ ਜਦੋਂ ਇਹ ਮੂਵਮੈਂਟ ਬਿਲਕੁਲ ਪੀਕ ਤੇ ਸੀ, ਬਹੁਤ ਸਿਖਰਾਂ ਤੇ ਉੱਤੇ ਮੂਵਮੈਂਟ ਪਹੁੰਚੀ ਹੋਈ ਸੀ, ਕਿ ਮਾਝੇ ਦੇ ਪਿੰਡਾਂ ਦੇ ਵਿੱਚ ਦਿਨਾਂ ਵੇਲੇ ਖਾੜਕੂਆਂ ਨੇ ਖਾਲਿਸਤਾਨ ਬਣਾ ਲਿਆ, ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ। ਤੇ ਉਸ ਤੋਂ ਬਾਅਦ ਡਾਊਨਫਾਲ ਵੀ ਆਇਆ, ਜਾਂ ਜਿਹੜੀਆਂ ਗੋਟੀਆਂ ਫਿੱਟ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਨੇ ਕਿ ਮੂਵਮੈਂਟ ਨੂੰ ਫੇਲ ਕਰ ਦਿੱਤਾ ਜਾਵੇ, ਜਾਂ ਕੁਝ ਗੱਲਾਂ ਜਿਹੜੀ ਘਟਨਾਵਾਂ ਵਾਪਰ ਜਾਂਦੀਆਂ ਨੇ। ਪਰ ਮੁੱਖ ਤੌਰ ਦੇ ਉੱਤੇ ਉਹ ਜਿਹੜੀ ਮੂਵਮੈਂਟ ਸੀ, ਉਸਦਾ ਰੋਸ ਕਿਸ ਨਾਲ ਸੀ, ਉਸਦੀ ਲੜਾਈ ਕਿਸ ਨਾਲ ਸੀ? ਉਸਦੀ ਲੜਾਈ ਸਰਕਾਰ ਨਾਲ ਸੀ? ਉਸਦੀ ਲੜਾਈ ਜਿਹੜਾ ਸਟੇਟ ਫੇਲੀਅਰ ਹੋ ਰਿਹਾ ਹੈ ਜਾਂ ਸਿਸਟਮ ਜਿਹੜਾ ਇਨਸਾਫ ਨਹੀਂ ਦੇ ਰਿਹਾ ਉਸ ਦੇ ਨਾਲ ਸੀ, ਜਾਂ ਉਸਦੀ ਲੜਾਈ ਕਿਸੇ ਖਾਸ ਫਿਰਕੇ ਦੇ ਨਾਲ ਸੀ? ਨਹੀਂ, ਫਿਰਕੇ ਨਾਲ ਬਿਲਕੁਲ ਨਹੀਂ ਸੀ। ਦੇਖੋ, ਜਿਹੜਾ ਇਹ ਵੀ ਗੱਲ ਇੱਕ ਫਿਰਕੇ ਦੇ ਖਿਲਾਫ ਪ੍ਰਚਾਰੀ ਗਈ, ਉਹਨਾਂ ਨੂੰ ਬਦਨਾਮ ਕਰਨ ਵਾਸਤੇ ਅੱਜ ਤੱਕ ਕੋਈ, ਮੈਂ ਕਹਿੰਦਾ ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਹਰ ਇੱਕ ਫਿਰਕੇ ਦਾ ਸਤਿਕਾਰ ਕਰਦੇ ਸੀ। ਇਹ ਤਾਂ ਸਿਰਫ ਇੱਕ ਸਰਕਾਰ ਦੇ ਸਿਸਟਮ ਦੇ ਖਿਲਾਫ ਲੜਾਈ ਸੀ, ਜਿਹੜਾ ਸਿਸਟਮ ਸਾਨੂੰ ਨਿਆਂ ਨਹੀਂ ਦਿੰਦਾ, ਸਾਡੇ ਬਣਦੇ ਹੱਕ ਨਹੀਂ ਦਿੰਦਾ, ਉਹਦੇ ਖਿਲਾਫ ਲੜਾਈ ਸੀ, ਨਾ ਕਿ ਕਿਸੇ ਫਿਰਕੇ ਦੇ ਖਿਲਾਫ ਜਾਂ ਕਿਸੇ ਉਸ ਦੇ ਖਿਲਾਫ ਬਿਲਕੁਲ ਨਹੀਂ ਸੀ। ਤਾਂ ਕੀ ਜਿਵੇਂ ਹੁਣ 2014 ਦੇ ਵਿੱਚ 2015 ਦੇ ਵਿੱਚ ਉਦੋਂ ਤੋਂ ਜਿਹੜੀਆਂ ਬੇਅਦਬੀਆਂ ਨੇ ਉਹ ਲਗਾਤਾਰ ਹੁੰਦੀਆਂ ਆ ਰਹੀਆਂ, ਨਿਰੰਤਰ ਹੋ ਰਹੀਆਂ ਨੇ, ਹਾਲਾਂਕਿ ਅੱਜ ਤੱਕ ਉਹਨਾਂ ਦੇ ਉੱਤੇ ਬਿਲਕੁਲ ਕਲੀਅਰ ਨਹੀਂ ਹੋਇਆ ਕਿ ਆਖਰ ਉਹ ਕਰਵਾਈਆਂ ਕਿਹਨੇ ਨੇ। ਸਰਕਾਰਾਂ ਵੋਟਾਂ ਤੋਂ ਪਹਿਲਾਂ ਕੁਝ ਕਹਿੰਦੀਆਂ ਨੇ, ਵੋਟਾਂ ਤੋਂ ਬਾਅਦ ਕੁਝ ਕਹਿੰਦੀਆਂ ਨੇ। ਵੋਟਾਂ ਤੋਂ ਪਹਿਲਾਂ ਕਹਿੰਦੀਆਂ ਨੇ ਕਿ ਜਿਹੜੀਆਂ ਪੈੜਾਂ ਨੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਇਹਨਾਂ ਦੀਆਂ ਪੈੜਾਂ ਕੈਪਟਨ ਦੇ ਪਰਿਵਾਰ ਵੱਲ ਨੂੰ ਜਾਂਦੀਆਂ ਨੇ, ਬਾਦਲ ਦੇ ਘਰ ਵੱਲ ਨੂੰ ਜਾਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਕਿਵੇਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਦਾ। ਰਾਜਨੀਤੀ ਜਿਹੜੀ ਸਪਸ਼ਟ ਤੌਰ ਤੇ ਖੇਡੀ ਜਾ ਰਹੀ ਹੈ, SIT ਬਣਦੀਆਂ ਨੇ, ਉਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ, ਫਿਰ ਨਵੀਂ ਬਣਾ ਦਿੱਤੀ ਜਾਂਦੀ ਹੈ। ਇਨਸਾਫ ਤਾਂ ਹਜੇ ਵੀ ਨਹੀਂ ਮਿਲ ਰਿਹਾ। ਕੀ ਲੱਗਦਾ ਹੈ ਕਿ ਜੇ ਇਸੇ ਤਰ੍ਹਾਂ ਦਾ ਉਹ ਰਿਹਾ, ਨੌਜਵਾਨਾਂ ਦੇ ਮਨ ਨੇ ਇਹ ਇੱਕ ਵਾਰ ਫਿਰ ਤੋਂ ਇਹ ਉਬਾਲਾ ਆ ਸਕਦਾ ਹੈ ਕਿਸੇ ਢੰਗ ਦਾ? ਦੇਖੋ, ਗੱਲ ਇਹ ਹੈ, ਜਿਹੜਾ ਬੇਅਦਬੀ ਦਾ ਮਸਲਾ ਨਾ, ਇਹ ਜਿਹੜਾ ਅਕਾਲੀ ਦਲ ਇੱਕ ਪੰਥਕ ਪਾਰਟੀ ਕਹਾਉਂਦੀ ਹੈ, ਇਹ ਮੁੱਖ ਦੋਸ਼ੀ ਹੈ ਇਸ ਦਾ। ਕਿਉਂ? ਉਹਨਾਂ ਦੇ 10 ਸਾਲ ਦੇ ਸਰਕਾਰ ਦੇ ਸਮੇਂ ਦੌਰਾਨ ਜ਼ਿਆਦਾ ਇਹ ਬੇਅਦਬੀਆਂ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀਆਂ ਵਾਪਰੀਆਂ, ਉਹਨੂੰ ਵੀ ਦਬਾਉਣ ਵਾਸਤੇ ਇਹਨਾਂ ਨੇ ਪੂਰਾ ਉਹ ਕਰਿਆ। ਭਾਵੇਂ ਸ਼ਾਂਤਮਈ ਬਾਈਬਲ ਕਾਂਡ 'ਚ ਉਹਨਾਂ ਨੇ, ਸਰਕਾਰ ਨੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਾਂ ਉਸ ਸਰਸੇ ਵਾਲੇ ਨੂੰ ਉਹਨਾਂ ਨੇ ਉੱਪਰ ਚੱਕਿਆ, ਉਹਦੀ ਉਹ ਕਰੀ ਹੈ, ਭਾਵੇਂ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਦਵਾਈ ਗਈ ਹੈ, ਇੱਕ ਸਿਰਫ ਆਪਣੀ ਵੋਟਾਂ ਵਾਸਤੇ। ਮੈਂ ਕਹਿਣਾ, ਜਿੰਨਾ ਇਹਨਾਂ ਨੇ, ਇਸ ਪਾਰਟੀ ਨੇ ਅਕਾਲੀ ਸ਼ਬਦ ਨੂੰ ਕਲੰਕਿਤ ਕੀਤਾ, ਇਹ ਵੱਡਾ ਧੱਬਾ। ਇਹਨਾਂ ਦੀ ਜਿਹੜੀ ਸਜ਼ਾ ਇਹਨਾਂ ਨੂੰ ਪਿਛਲੀ ਚੋਣਾਂ 'ਚ ਵੀ ਮਿਲੀ ਹੈ। ਕਿਉਂ? ਥੋੜੀ ਗਿਣਤੀ ਦੇ ਇੱਕ ਤੀਜੇ ਉਸ ਤੇ ਆਏ ਹੈ, ਪਰ ਹੁਣ ਫੇਰ ਇਹਨਾਂ ਨੂੰ, ਜਿਹੜਾ ਇਹਨਾਂ ਨੇ ਸਮੇਂ-ਸਮੇਂ ਤੇ, ਭਾਵੇਂ SIT ਦੀ ਉਸ ਨੂੰ ਦਬਾਉਣ ਵਾਸਤੇ ਇਹਨਾਂ ਨੇ ਹਾਈ ਕੋਰਟ ਤੋਂ ਕਰਾਇਆ, ਹੋਰ ਕਰਾਇਆ, ਸਾਰਾ ਕੁਝ ਆਪਣੇ ਪਾਪਾਂ ਨੂੰ ਲੁਕਾਉਣ ਵਾਸਤੇ ਜੋ ਕੀਤਾ, ਉਹ ਇਹਨਾਂ ਨੂੰ ਹੁਣ ਵੀ ਸਜ਼ਾ ਫੇਰ ਮਿਲਣੀ ਹੈ। ਕਿਉਂ? ਗੁਰੂ ਸਾਹਿਬ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਸਾਹਿਬ ਸਭ ਜਾਣਦੇ ਆ ਵੀ ਕਿਹਨੇ ਕਰਾਈ, ਕਿਹਨੇ ਇਹਨੂੰ ਉਹ ਕਰਿਆ, ਸਾਰਾ ਕੁਝ ਉਹਨਾਂ ਦੇ ਉਸ 'ਚ ਹੈ। ਇਸ ਕਰਕੇ ਇਹਨਾਂ ਨੂੰ ਫੇਰ ਸਜ਼ਾ ਮਿਲਣੀ ਹੈ। ਮੈਂ ਇਹ ਅੱਜ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਵੀ ਅਪੀਲ ਕਰਦਾ ਵੀ ਜਾਗਦੀ ਜ਼ਮੀਰ ਵਾਲੇ, ਜਿਹੜੀ ਇਹ ਪਾਰਟੀ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਇਸ ਤੇ, ਇਸ ਨੂੰ ਬਿਲਕੁਲ ਵੋਟ ਨਾ ਪਾਣ। ਕਿਉਂਕਿ ਬੇਅਦਬੀ ਦੀ, ਭਾਵੇਂ 328 ਸਰੂਪਾਂ ਦਾ ਮਸਲਾ, ਸਾਰਾ ਮੁੱਖ ਦੋਸ਼ੀ ਇਹ ਅਕਾਲੀ ਦਲ ਬਾਦਲ ਪਾਰਟੀ ਹੈ। ਇਹਨੂੰ ਇੱਕ ਵੀ ਵੋਟ ਸਿੱਖਾਂ ਨੂੰ ਪਾਉਣੀ ਬਣਦੀ ਨਹੀਂ। ਦੇ ਮੁੱਦੇ ਉੱਤੇ ਜਗਤਾਰ ਸਿੰਘ ਹਵਾਰਾ ਜੀ ਦਾ ਕੀ ਕਹਿਣਾ ਹੈ? ਉਹ ਕਿਹਨਾਂ ਨੂੰ ਦੋਸ਼ੀ, ਉਹ ਕਿਹਨਾਂ ਨੂੰ ਮੰਨਦੇ ਨੇ, ਜਾਂ ਉਹਨਾਂ ਨੂੰ ਕੀ ਲੱਗਦਾ ਹੈ ਕਿ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਸੀ? ਦੇਖੋ, ਜਿਹੜੀ ਬੇਅਦਬੀਆਂ ਦੀ ਹੋਈਆਂ ਸਾਜ਼ਿਸ਼ਾਂ ਸਾਰੀਆਂ ਇਹਨਾਂ ਦੀ ਸਹਿ ਤੇ ਹੋਈਆਂ। ਉਹ ਪੂਰੇ ਇਸ ਵਿਸ਼ੇ ਤੇ ਤਾਂ ਪੂਰੇ ਫਿਕਰਮੰਦ ਹੈ। ਸਮੇਂ-ਸਮੇਂ ਤੇ ਚਲੋ ਉਹਨਾਂ ਨੇ ਜਿਹੜਾ ਆਪਣਾ ਦੁੱਖ ਹੈ ਉਹ ਮੇਰੇ ਨਾਲ ਸਾਂਝਾ ਵੀ ਕੀਤਾ, ਕਿਉਂਕਿ ਇਹਨਾਂ ਨੇ ਕਰਾਈਆਂ ਆਪਣੀ ਕੁਰਸੀ ਵਾਸਤੇ, ਵੋਟਾਂ ਦੀ ਪ੍ਰਾਪਤੀ ਵਾਸਤੇ ਸਾਰੀਆਂ ਬੇਅਦਬੀਆਂ। ਫਿਰ ਕੌਮ ਨੂੰ ਇਨਸਾਫ ਕੋਈ ਨਹੀਂ ਮਿਲਿਆ। ਇਸ ਕਰਕੇ ਸਾਰੇ ਮੁੱਖ ਦੋਸ਼ੀ ਇਹੀ ਹੈ। ਉਹ ਪੂਰੇ ਇਸ ਚਿੰਤਾ ਤੋਂ ਰਹੇ ਇਸ ਵਿਸ਼ੇ ਤੇ।
ਜਿਵੇਂ ਕਰੋਨਾ ਲਾਕਡਾਊਨ ਆਇਆ, ਜੇਲ੍ਹਾਂ ਦੇ ਵਿੱਚ ਮੁਲਾਕਾਤ ਹੋਣੀ ਬੰਦ ਹੋ ਗਈ, ਤਾਂ ਵੀਡੀਓ ਜਿਹੜੀਆਂ ਮੀਟਿੰਗਾਂ ਨੇ ਉਹੀ ਪੇਸ਼ੀਆਂ ਵੀ ਵੀਡੀਓ ਮੀਟਿੰਗਸ ਦੇ ਨਾਲ ਪਾਈਆਂ ਗਈਆਂ। ਹੁਣ ਮੁਲਾਕਾਤ ਕਦੋਂ ਹੋ ਸਕਦੀ ਹੈ, ਜਾਂ ਕਦੋਂ ਲੱਗਦਾ ਕਿ ਤੁਹਾਨੂੰ ਹੁਣ ਜਿਹੜੀਆਂ ਮੁਲਾਕਾਤਾਂ ਦੁਬਾਰਾ ਤੁਹਾਡੀ ਸ਼ੁਰੂ ਹੋ ਸਕਦੀਆਂ ਉੱਥੇ? ਦੇ ਮੁਲਾਕਾਤਾਂ ਦਾ ਇਸ ਤਰ੍ਹਾਂ ਵੀ ਸਰਕਾਰ ਦੇ ਬਹੁਤ ਜ਼ਿਆਦਾ ਉਹ ਹੈ, ਉਹਨਾਂ ਤੇ ਉਹ ਕਰ ਰਹੇ ਹੈ ਵੀ ਮੁਲਾਕਾਤਾਂ, ਸਮਾਨ ਜਾਣਾ ਅੰਦਰ ਬੰਦ, ਖਾਣ ਦਾ ਸਮਾਨ ਕੋਈ ਬਾਹਰੋਂ ਨਹੀਂ ਜਾ ਰਿਹਾ, ਜਿਸ ਤਰ੍ਹਾਂ ਹੁਣ ਕੱਪੜੇ ਵਗੈਰਾ ਉਹ ਨਹੀਂ ਜਾਣ ਦਿੰਦੇ ਸਾਨੂੰ। ਜਿਹੜੇ ਇਸ ਤਰ੍ਹਾਂ ਦੇ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਸਾਡੇ ਬਣਦੇ ਹੱਕ ਹੈ, ਜਿਹੜੇ ਮਨੁੱਖੀ ਅਧਿਕਾਰ ਹੈ, ਸਾਨੂੰ ਉਹਨਾਂ ਤੋਂ ਵੀ ਵਾਂਝੇ ਕਰਿਆ ਜਾ ਰਿਹਾ। ਇਸ ਕਰਕੇ ਮੁਲਾਕਾਤਾਂ ਹੁਣ ਵਕੀਲਾਂ ਦੀ ਸ਼ੁਰੂ ਹੋਈਆਂ, ਤਕਰੀਬਨ ਇੱਕ ਹਫ਼ਤੇ 'ਚ ਇੱਕ ਵਕੀਲ ਜਾ ਕੇ ਮੁਲਾਕਾਤ ਕਰ ਸਕਦਾ, ਜਿਹੜਾ ਉਹਨਾਂ ਦਾ ਕੋਈ ਸੁਨੇਹਾ ਲੈ ਕੇ ਆਉਂਦਾ, ਸੁਨੇਹਾ ਬਾਹਰੋਂ ਜਾਂਦਾ। ਅਜੇ ਜਿਹੜੀ ਆਮ ਮੁਲਾਕਾਤਾਂ ਉਹ ਅਜੇ ਵੀ ਬੰਦ ਹੈ, ਅਜੇ ਵੀ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ। ਮੇਰਾ ਆਖਰੀ ਸਵਾਲ ਹੈ ਜੀ ਕਿ ਕਦੇ ਇਸ ਗੱਲ ਦਾ ਮਲਾਲ ਤਾਂ ਨਹੀਂ ਹੋਇਆ, ਜਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ? ਤੁਸੀਂ ਇਹ ਜ਼ਰੂਰ ਦੱਸਿਓ ਕਿ ਉਸ ਦਿਨ ਜਦੋਂ ਤੁਹਾਡੀ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਗੱਲਬਾਤ ਹੋਈ, ਜਦੋਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਕੀ ਤੁਸੀਂ ਮੇਰੇ ਪਿਤਾ ਵਾਲੀ ਇਹ ਜ਼ਿੰਮੇਵਾਰੀ ਨਿਭਾ ਸਕਦੇ ਹੋ, ਕਿ ਮਨ ਦੇ ਵਿੱਚ ਕਦੇ ਇਹ ਤਾਂ ਨਹੀਂ ਆਇਆ ਕਿ ਜੇ ਉਸ ਦਿਨ ਨਾ ਕਰ ਦਿੰਦੇ, ਜਾਂ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦਿਨ ਹਾਂ ਕਰ ਦਿੱਤੀ? ਨਹੀਂ, ਇਸ ਤੋਂ ਵੱਡੀ ਤਾਂ ਮੇਰੇ ਵਾਸਤੇ ਖੁਸ਼ੀ ਦੀ ਕੋਈ ਗੱਲ ਨਹੀਂ, ਵੀ ਬਹੁਤ ਵੱਡੀ ਖੁਸ਼ੀ ਹੈ, ਮਨ ਨੂੰ ਪੂਰਾ ਉਹ ਹੈ ਵੀ ਹਾਂ ਐਡਾ ਬੜਾ ਮਾਣ ਸਤਿਕਾਰ ਉਹਨਾਂ ਨੇ ਮੈਨੂੰ ਦਿੱਤਾ, ਜਿਹੜਾ ਅੱਜ ਉਹਨਾਂ ਵੱਲੋਂ ਤਾਈ ਜਿਹੜੇ ਆਮ ਸੰਗਤਾਂ ਉਹ ਵੀ ਇਹੀ ਪਿਆਰ ਮੈਨੂੰ ਦੇ ਰਹੀਆਂ। ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਮੇਰੇ ਵਾਸਤੇ ਹੈ ਨਹੀਂ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਤੇ ਜਿਹੜੀ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ, ਤਾਂ ਗੱਲਬਾਤ ਕੀਤੀ ਹੈ ਬਾਬਾ ਜੀ ਦੇ ਨਾਲ। ਤਾਂ ਉਹਨਾਂ ਨੇ ਉਹ ਗੱਲਾਂ ਜਿਹੜੀਆਂ ਨੇ ਸਾਰੀਆਂ ਸਾਂਝੀਆਂ ਕੀਤੀਆਂ ਨੇ ਸਾਡੇ ਮਾਧਿਅਮ ਰਾਹੀਂ, ਕਿ ਕਿਵੇਂ ਲਗਾਏ ਜਿਹੜਾ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਇਹਨਾਂ ਦਾ ਹੁੰਦਾ ਹੈ, ਕਿਵੇਂ ਮੁਲਾਕਾਤਾਂ ਹੁੰਦੀਆਂ ਨੇ, ਕਿਵੇਂ ਉਹ ਜਿਹੜਾ ਪਿਤਾ ਦਾ ਰੁਤਬਾ ਹੈ, ਜਾਂ ਜੋ ਪਿਤਾ ਦਾ ਸਤਿਕਾਰ ਹੈ ਇਹਨਾਂ ਨੂੰ ਦਿੰਦੇ ਨੇ, ਇਹ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਹੁਣ ਕਿਵੇਂ ਇਹਨਾਂ ਦਾ ਜਿਹੜਾ ਆਪਸੀ ਜਿਹੜਾ ਪਿਆਰ ਮੁਹੱਬਤ ਹੈ ਉਹਨਾਂ ਦੇ ਨਾਲ ਉਹ ਚੱਲ ਰਿਹਾ। ਤੇ ਖਾਸ ਤੌਰ ਉੱਤੇ ਕੁਝ ਸਵਾਲ ਜਿਹੜੇ ਉਹ ਲੋਕਾਂ ਦੇ ਸਾਹਮਣੇ ਵੀ ਰਹਿ ਜਾਂਦੇ ਨੇ ਕਿ ਇਸ ਵਿਸ਼ੇ ਨੂੰ ਕਦੇ ਖੁੱਲੀ ਬਹਿਸ ਦਾ ਜਾਂ ਖੁੱਲੀ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਗਿਆ, ਇਸ ਗੱਲ ਦੇ ਉੱਤੇ ਕਦੇ ਖੁੱਲੀਆਂ ਬਹਿਸਾਂ ਨਹੀਂ ਕੀਤੀਆਂ ਗਈਆਂ ਕਿ ਆਖਰ ਉਹ ਸਮਿਆਂ ਦੇ ਵਿੱਚ ਜਦੋਂ ਨੌਜਵਾਨ 19 17 18 ਸਾਲਾਂ ਦੇ ਚੜ੍ਹਦੀ ਉਮਰ ਦੇ ਨੌਜਵਾਨ ਇਸ ਰਾਹ ਨੂੰ ਤੁਰ ਪਏ, ਉਹਦੇ ਕਾਰਨ ਕੀ ਸੀ? ਆਖਿਰ ਕਿਸ ਨੂੰ ਜ਼ਿੰਦਗੀ ਨਹੀਂ ਪਿਆਰੀ? ਕੌਣ ਇਹ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਗੁਜ਼ਾਰਾਂ, ਕਾਲ ਕੋਠੜੀਆਂ ਦੇ ਵਿੱਚ ਗੁਜ਼ਾਰਾਂ? ਕੌਣ ਇਹ ਚਾਹੁੰਦਾ ਹੈ ਕਿ ਮੈਂ ਇੱਕ ਅਜਿਹੇ ਰਾਹ ਨੂੰ ਚੁਣਾ ਜਿੱਥੇ ਮੌਤ ਕਦੋਂ ਆ ਜਾਣੀ ਹੈ ਉਸ ਦਾ ਕੋਈ ਨਹੀਂ ਪਤਾ? ਇੱਕ ਚੰਗੇ ਪਰਿਵਾਰ ਦੇ ਵਿੱਚ ਰਹਿਣਾ, ਖੁਸ਼ਹਾਲ ਪਰਿਵਾਰ ਦੇ ਵਿੱਚ ਰਹਿਣਾ, ਆਪਣੇ ਬਾਲ ਬੱਚਿਆਂ ਦੇ ਵਿੱਚ ਰਹਿਣਾ ਕਿਸ ਨੂੰ ਪਸੰਦ ਨਹੀਂ? ਪਰ ਇਹ ਸਵਾਲ ਸਿਸਟਮ ਦੇ ਅੱਗੇ ਕਿਉਂ ਨਹੀਂ ਰੱਖੇ ਜਾਂਦੇ ਕਿ ਉਹ ਨੌਜਵਾਨ ਕਿਉਂ ਨਾ ਇਹਨਾਂ ਰਾਹਾਂ ਨੂੰ ਤੁਰ ਪਏ? ਕਿਉਂ ਨਹੀਂ ਉਹਨਾਂ ਨੂੰ ਮੋੜਿਆ ਗਿਆ? ਕਿਉਂ ਨਹੀਂ ਉਹ ਹੱਲ ਲੱਭੇ ਗਏ ਕਿ ਨੌਜਵਾਨ ਇਹਨਾਂ ਰਾਹਾਂ ਨੂੰ ਨਾ ਜਾਣ? ਇਹ ਵੱਡੇ ਸਵਾਲ ਸਿਸਟਮ ਦੇ ਤੇ ਲੋਕਾਂ ਦੇ ਸਾਹਮਣੇ ਨੇ। ਤਾਂ ਗੱਲਬਾਤ ਜਿਹੜੀ ਸਾਰੀ ਹੈ ਉਹ ਤੁਸੀਂ ਸੁਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਹੈ ਜਿਹੜੀ ਉਹਦੇ ਵਿੱਚੋਂ ਕਈ ਜਿਹੜੀਆਂ ਗੱਲਾਂ ਨੇ ਉਹ ਸਿੱਖਣ ਨੂੰ ਮਿਲੀਆਂ ਹੋਣਗੀਆਂ। ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ KTV ਚੈਨਲ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।